ਹੈਲੋ ਦੋਸਤੋ, ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰੇਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ। ਤੇ ਸਾਇੰਸ ਦੀ ਕਲਾਸਾਂ ਆਪਣੀ ਸ਼ੁਰੂ ਕਰ ਰੱਖੀਆਂ ਨੇ ਬਈ, ਤੇ ਅੱਜ ਆਪਣੀ ਹੈਗੀ ਹੈ ਸਾਇੰਸ ਦੀ ਦੂਜੀ ਕਲਾਸ। ਠੀਕ ਹੈ, ਸਾਇੰਸ ਦੀ ਦੂਜੀ ਕਲਾਸ ਅੱਜ ਆਪਣੀ ਹੈ, ਤੇ ਅੱਜ ਇੱਕ ਬਹੁਤ ਹੀ ਕਾਮਨ ਬਹੁਤ ਹੀ ਸਿੰਪਲ ਜਿਹਾ ਟੌਪਿਕ ਹੈਗਾ ਜੀ, ਫਾਦਰ ਆਫ ਵੇਰੀਅਸ ਫੀਲਡਸ। ਠੀਕ ਹੈ, ਇਸ ਟੌਪਿਕ ਦੇ ਉੱਤੋਂ ਵੀ ਕਈ ਵਾਰ ਪੰਜਾਬ ਦੇ ਪੇਪਰਾਂ ਦੇ ਵਿੱਚ ਕੁਐਸਚਨ ਦੇਖੇ ਗਏ ਹੈ। ਠੀਕ ਹੈ, ਫਾਦਰ ਆਫ ਵੇਰੀਅਸ ਫੀਲਡ ਅਲੱਗ-ਅਲੱਗ ਖੇਤਰਾਂ ਦੇ ਵੱਖ-ਵੱਖ ਖੇਤਰਾਂ ਦੇ ਪਿਤਾਮਾ ਜਾਂ ਜਨਕ ਕਿਹਨੂੰ ਕਿਹਾ ਜਾਂਦਾ ਹੈ। ਠੀਕ ਹੈ, ਤਾਂ ਇਹ ਆਪਾਂ ਨੇ ਅੱਜ ਸਾਰੇ ਪੜ੍ਹਨੇ ਆ, ਜਿੰਨੇ ਕੁ ਵੀ ਇੰਪੋਰਟੈਂਟ ਹੈਗੇ ਆ, ਜਿੰਨੇ ਕੁ ਵੀ ਪਹਿਲਾਂ ਪੇਪਰਾਂ 'ਚ ਪੁੱਛੇ ਗਏ ਆ, ਚਾਹੇ ਪੰਜਾਬ ਦਾ ਪੇਪਰ ਹੈ ਚਾਹੇ ਸੈਂਟਰ ਦਾ ਕੋਈ ਪੇਪਰ ਹੋਇਆ, ਜਿੰਨੇ ਪੁੱਛੇ ਗਏ ਆ ਮੈਂ ਸਾਰੇ ਇੱਥੇ ਐਡ ਕਰੇ ਆ। ਤਾਂ ਇਹਦੇ 'ਚ ਸਮਝਾਉਣ ਦਾ ਬਹੁਤ ਘੱਟ, ਸਿਰਫ ਰੱਟਣ ਦਾ ਹੈਗਾ ਆ। ਠੀਕ ਹੈ, ਤਾਂ ਮੈਂ ਤੁਹਾਨੂੰ ਸਾਰਾ ਡਾਟਾ ਇੱਕ ਜਗ੍ਹਾ ਪ੍ਰੋਵਾਈਡ ਕਰ ਦੂੰਗਾ, ਇਹਨੂੰ ਚੰਗੀ ਤਰ੍ਹਾਂ ਲਿਸਟ ਬਣਾ ਕੇ ਚੰਗੀ ਤਰ੍ਹਾਂ ਉਹਨੂੰ ਯਾਦ ਕਰਨਾ ਹੈ, ਤੇ ਜੇ ਪੇਪਰ ਦੇ ਵਿੱਚ ਕੁਐਸਚਨ ਆ ਜੇ ਤਾਂ ਤੁਹਾਡਾ ਕੁਐਸਚਨ ਗਲਤ ਨਹੀਂ ਹੋਣਾ ਚਾਹੀਦਾ। ਕੁੱਲ ਮਿਲਾ ਕੇ ਗੱਲ ਇਹ ਹੈ। ਠੀਕ ਹੈ, ਤਾਂ ਹਾਂਜੀ, ਸਭ ਤੋਂ ਪਹਿਲਾਂ ਹੈ ਜੀ ਆਯੁਰਵੇਦ ਦੇ ਪਿਤਾ। ਠੀਕ ਹੈ, ਆਯੁਰਵੇਦ ਦੇ ਪਿਤਾ ਕਿਹਨੂੰ ਕਿਹਾ ਜਾਂਦਾ? ਬਸ ਕੁਐਸਚਨ ਆਪਣੇ ਕੋਲ ਸਿੰਪਲ ਆਂਦਾ ਹੈ, ਆਯੁਰਵੇਦ ਦੇ ਪਿਤਾਮਾ ਕਿਹਨੂੰ ਕਿਹਾ ਜਾਂਦਾ? ਆਯੁਰਵੇਦ ਦੇ ਜਨਕ ਜਾਂ ਫਾਦਰ ਆਫ ਆਯੁਰਵੇਦ ਦੇ ਨਾਂ ਨਾਲ ਕੌਣ ਜਾਣੇ ਜਾਂਦੇ ਆ? ਇਦਾਂ ਦੇ ਕੁਐਸਚਨ ਆਉਂਦੇ ਆ, 4 ਆਪਸ਼ਨ ਦੇ ਹੋਏ ਹੁੰਦੇ ਆ, ਆਪਾਂ ਨੂੰ ਪਛਾਣਨਾ ਹੁੰਦਾ। ਤਾਂ ਮੈਂ MCQ ਤਾਂ ਨਹੀਂ ਬਣਾਏ, ਬਸ ਮੈਂ ਸਿੱਧੇ ਇਦਾਂ ਹੀ 1 ਲਾਈਨਰ ਦੇ ਰੂਪ ਦੇ ਵਿੱਚ ਉਸ ਫਾਰਮ ਦੇ ਵਿੱਚ ਤੁਹਾਨੂੰ ਮੈਂ ਐਡ ਕਰਕੇ ਇਹ ਪ੍ਰੋਵਾਈਡ ਕਰਾ ਰਿਹਾ। ਠੀਕ ਹੈ ਜੀ, ਓਕੇ। ਇੱਕ ਵਾਰ ਮੈਂ ਬ੍ਰਾਈਟਨੈਸ ਚੈੱਕ ਕਰ ਲਾਂ। ਠੀਕ ਹੈ, ਓਕੇ। ਤੇ ਵੀਡੀਓ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ ਬਈ, ਆਪਣੇ ਫਰੈਂਡਸ ਦੇ ਨਾਲ ਜਰੂਰ ਸ਼ੇਅਰ ਕਰਨੀ ਹੈ। ਠੀਕ ਹੈ, ਤਾਂ ਦੇਖੋ ਦੋ ਬੰਦਿਆਂ ਨੂੰ ਕਿਹਾ ਜਾਂਦਾ ਜੀ ਆਯੁਰਵੇਦ ਦੇ ਪਿਤਾ, ਇੱਕ ਧਨਵੰਤਰੀ ਨੂੰ ਕਿਹਾ ਜਾਂਦਾ, ਇੱਕ ਚਰਕ ਨੂੰ ਕਿਹਾ ਜਾਂਦਾ। ਠੀਕ ਹੈ, ਇਹ ਹੈਗੇ ਆ ਧਨਵੰਤਰੀ, ਇਹ ਹੈਗੇ ਆ ਆਚਾਰਯ ਚਰਕ। ਠੀਕ ਹੈ ਜੀ, ਦੋਨੋਂ ਹੀ ਵੱਖ-ਵੱਖ ਸਮੇਂ ਦੇ ਉੱਤੇ ਹੋਏ ਆ ਧਰਤੀ ਦੇ ਉੱਤੇ, ਤੇ ਦੋਹਾਂ ਨੂੰ ਫਾਦਰ ਆਫ ਆਯੁਰਵੇਦ ਕਿਹਾ ਜਾਂਦਾ। ਦੋਵੇਂ ਕਦੇ ਇਕੱਠੇ ਆਪਸ਼ਨ ਦੇ ਵਿੱਚ ਮਿਲਦੇ ਨਹੀਂ। ਠੀਕ ਹੈ, ਯਾਦ ਰੱਖਣਾ ਹੈ। ਤਾਂ ਦੋਹਾਂ ਦੇ ਵਿੱਚੋਂ ਇੱਕ ਮਿਲਦਾ, ਜਾਂ ਧਨਵੰਤਰੀ ਮਿਲਦਾ ਜਾਂ ਚਰਕ ਮਿਲਦਾ। ਚਰਕ ਨੇ ਬੁੱਕ ਲਿਖੀ ਸੀ ਚਰਕ ਸੰਹਿਤਾ। ਠੀਕ ਹੈ, ਬਸ ਇੰਨਾ ਯਾਦ ਰੱਖਣਾ ਹੈ। ਨੈਕਸਟ ਆ ਜਾਓ ਜੀ, ਫਾਦਰ ਆਫ ਸਰਜਰੀ। ਸਰਜਰੀ ਦੇ ਪਿਤਾ ਕਿਹਨੂੰ ਕਿਹਾ ਜਾਂਦਾ ਹੈ? ਤਾਂ ਸਰਜਰੀ ਦੇ ਪਿਤਾ ਕਿਹਾ ਜਾਂਦਾ ਹੈ ਜੀ ਸੁਸ਼ਰਥ ਨੂੰ। ਕਿਹਨੂੰ ਕਿਹਾ ਜਾਂਦਾ ਹੈ? ਸੁਸ਼ਰਥ, ਮਹਾਰਿਸ਼ੀ ਸੁਸ਼ਰਥ ਇਹ ਹੈਗੇ ਆ। ਠੀਕ ਹੈ, ਪ੍ਰਾਚੀਨ ਭਾਰਤ ਦੇ, ਆਪਣੇ ਪ੍ਰਾਚੀਨ ਭਾਰਤ ਦੇ ਇਹ ਫਿਜ਼ੀਸ਼ੀਅਨ ਹੈਗੇ ਆ, ਚਿਕਿਤਸਕ। ਠੀਕ ਹੈ ਜੀ, ਤੇ ਇਹਨਾਂ ਨੇ ਬਹੁਤ ਪ੍ਰਾਚੀਨ ਸਮੇਂ ਦੇ ਵਿੱਚ ਸੁਸ਼ਰਤ ਸੰਹਿਤਾ ਲਿਖੀ ਸੀ। ਉਸ ਸੰਹਿਤਾ ਦੇ ਵਿੱਚ, ਉਸ ਬੁੱਕ ਦੇ ਵਿੱਚ ਇਹਨਾਂ ਨੇ ਸਰਜਰੀ ਕਰਨ ਦੇ ਤਰੀਕੇ, ਵੱਖ-ਵੱਖ ਤਰ੍ਹਾਂ ਦੀ ਸਰਜਰੀਆਂ, ਕਿਹੜੇ ਇੰਸਟਰੂਮੈਂਟ ਯੂਜ਼ ਕਰਨੇ ਚਾਹੀਦੇ ਆ, ਉਹ ਸਾਰਾ ਕੁਝ ਇਹਨਾਂ ਨੇ ਦੱਸਿਆ ਹੋਇਆ। ਠੀਕ ਹੈ, ਤਾਂ ਪੂਰੀ ਦੁਨੀਆ ਦੇ ਵਿੱਚ ਫਾਦਰ ਆਫ ਸਰਜਰੀ ਕਿਹਾ ਜਾਂਦਾ ਹੈ, ਮਹਾਰਿਸ਼ੀ ਸੁਸ਼ਰਥ ਨੂੰ ਕਿਹਾ ਜਾਂਦਾ ਹੈ। ਠੀਕ ਹੈ ਜੀ, ਫਾਦਰ ਆਫ ਇੰਡੀਅਨ ਮੈਡੀਸਨ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ, ਫਾਦਰ ਆਫ ਪਲਾਸਟਿਕ ਸਰਜਰੀ ਵੀ ਕਿਹਾ ਜਾਂਦਾ ਹੈ। ਓਕੇ, ਯਾਦ ਰੱਖਣਾ ਹੈ ਜੀ। ਨੈਕਸਟ, ਆਧੁਨਿਕ ਟਾਈਮ ਦੇ ਵਿੱਚ, ਮਾਡਰਨ ਸਮੇਂ ਦੇ ਵਿੱਚ ਫਾਦਰ ਕਿਹਨੂੰ ਕਿਹਾ ਜਾਂਦਾ ਹੈ? ਸਰਜਰੀ ਦਾ। ਆਧੁਨਿਕ ਸਰਜਰੀ ਦੇ ਪਿਤਾ ਕਿਹਾ ਜਾਂਦਾ ਹੈ ਐਂਬਰੋਇਜ਼ ਪੈਰੇ ਨੂੰ। ਇਹ ਫ੍ਰੈਂਚ ਸਰਜਨ ਸੀਗੇ। ਠੀਕ ਹੈ, ਇਹਨਾਂ ਨੂੰ ਕਿਹਾ ਜਾਂਦਾ ਹੈ। ਬਸ ਇਹਨਾਂ ਨੂੰ ਇਦਾਂ ਹੀ ਯਾਦ ਰੱਖਣਾ ਹੈ, ਫਾਦਰ ਆਫ ਮਾਡਰਨ ਸਰਜਰੀ ਕਿਹਨੂੰ ਕਿਹਾ ਜਾਂਦਾ? ਇਹਨਾਂ ਨੂੰ ਕਿਹਾ ਜਾਂਦਾ। ਨੈਕਸਟ ਹੈ ਜੀ, ਫਾਦਰ ਆਫ ਮਾਡਰਨ ਪਲਾਸਟਿਕ ਸਰਜਰੀ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਪਲਾਸਟਿਕ ਸਰਜਰੀ ਦੇ ਪਿਤਾ ਕਿਹਨੂੰ ਕਿਹਾ ਜਾਂਦਾ ਹੈ? ਉਹ ਕਿਹਾ ਜਾਂਦਾ ਹੈ ਹੈਰੋਲਡ ਗਿਲੀਜ਼ ਨੂੰ। ਠੀਕ ਹੈ, ਹੈਰੋਲਡ ਗਿਲੀਜ਼ ਨੂੰ। ਤਾਂ ਪ੍ਰਾਚੀਨ ਟਾਈਮ ਦੇ ਵਿੱਚ ਫਾਦਰ ਆਫ ਸਰਜਰੀ ਸੁਸ਼ਰੁਤ ਹੋ ਗਏ, ਮਾਡਰਨ ਟਾਈਮ ਦੇ ਵਿੱਚ ਸਰਜਰੀ ਦੇ ਪਿਤਾ ਐਂਬਰੋਇਜ਼ ਪੈਰੇ ਹੋ ਗਏ, ਤੇ ਪਲਾਸਟਿਕ ਸਰਜਰੀ ਦੇ ਹੈਰੋਲਡ ਗਿਲੀਜ਼ ਹੋ ਗਏ। ਓਕੇ, ਠੀਕ ਹੈ, ਇਹਨਾਂ ਨਾਮਾਂ ਨੂੰ ਆਪਣੇ ਹਿਸਾਬ ਨਾਲ ਤਰੋੜ ਮਰੋੜ ਕੇ ਲਿਖ ਲਿਓ। ਕਿਉਂ? ਕਿਉਂਕਿ ਆਪਾਂ ਨੂੰ ਕਿਤੇ ਲਿਖਣੇ ਥੋੜ੍ਹੀ ਆ, ਆਪਾਂ ਨੂੰ ਸਿਰਫ ਇਹ ਯਾਦ ਕਰਨੇ ਆ, ਤਾਂ ਕਿ ਜਦੋਂ ਆਪਸ਼ਨ ਦੇ ਵਿੱਚ 4 ਨਾਮ ਹੋਣ ਤਾਂ ਤੁਸੀਂ ਈਜ਼ੀਲੀ ਉਸ ਨਾਮ ਨੂੰ ਆਇਡੈਂਟੀਫਾਈ ਕਰ ਸਕੋ ਕਿ ਹਾਂ, ਠੀਕ ਹੈ ਨਾ, ਵੀ ਇਹ ਹੈਗਾ ਆ। ਤਾਂ ਜਿਵੇਂ ਮਾਡਰਨ ਸਰਜਰੀ, ਕਿੱਥੇ ਗਿਆ ਹੈ ਨਾ, ਬਸ ਤੁਸੀਂ ਕਿੱਦਾਂ ਯਾਦ ਰੱਖਣਾ? ਮੰਨ ਲਓ ਇਹ ਮਾਡਰਨ ਪਲਾਸਟਿਕ ਸਰਜਰੀ ਦਾ ਯਾਦ ਰੱਖਣਾ ਆਪਾਂ ਨੇ, ਮਾਡਰਨ ਪਲਾਸਟਿਕ ਸਰਜਰੀ, ਤਾਂ ਇਹ ਨਾਮ ਬੰਦੇ ਦਾ ਕੀ ਹੈਗਾ ਆ? ਹੈਰੋਲਡ ਗਿਲੀਜ਼। ਮੈਨੂੰ ਕਿਸੇ ਤਰ੍ਹਾਂ ਇਦਾਂ ਯਾਦ ਰੱਖੋ ਕਿ ਇਹ ਵਰਡ ਆਉਂਦੇ ਹੀ, ਜੇ ਤੁਹਾਨੂੰ ਕੋਈ ਪੁੱਛ ਰਿਹਾ ਮਾਡਰਨ ਪਲਾਸਟਿਕ ਸਰਜਰੀ, ਤੇ ਆਪਸ਼ਨ ਦੇ ਵਿੱਚ ਇਸ ਬੰਦੇ ਦਾ ਨਾਂ ਤੁਹਾਨੂੰ ਦਿਖ ਗਿਆ, ਬਸ ਤੁਹਾਡੇ ਮਾਈਂਡ 'ਚ ਇਹ ਆ ਜਾਣਾ ਚਾਹੀਦਾ ਵੀ ਇਹੀ ਬੰਦਾ ਹੈ। ਕਿਸੇ ਤਰ੍ਹਾਂ ਵੀ ਯਾਦ ਰੱਖੋ, ਜਿਵੇਂ ਪਲਾਸਟਿਕ ਨੂੰ ਆਪਾਂ ਕਹਿ ਸਕਦੇ ਹਾਂ ਕਿ ਪਲਾਸਟਿਕ ਹੈ ਜਿਹੜੀ, ਉਹ ਚੀਜ਼ ਨੂੰ ਗਿੱਲੀ ਨਹੀਂ ਹੋਣ ਦਿੰਦੀ, ਹਨਾ। ਪਲਾਸਟਿਕ ਦੀ ਆਪਾਂ ਲੈਮੀਨੇਸ਼ਨ ਕਰਦੇ ਹਾਂ, ਉਹ ਚੀਜ਼ ਨੂੰ ਗਿੱਲੀ ਨਹੀਂ ਹੋਣ ਦਿੰਦੀ, ਗਿੱਲੀ। ਬਸ ਇੱਥੇ ਹੀ ਗੇਮ ਖਤਮ ਹੋ ਗਈ, ਸਮਝੋ ਨਾ ਗੱਲ ਨੂੰ। ਤਾਂ ਆਪਾਂ ਨੂੰ ਬਸ ਆਪਸ਼ਨ ਦੇ ਵੇ ਹੁੰਦੇ ਆ, ਆਪਾਂ ਨੂੰ ਆਇਡੈਂਟੀਫਾਈ ਕਰਨਾ ਹੁੰਦਾ ਹੈ। ਤਾਂ ਆਪਣੇ ਆਪ ਨੂੰ ਪਹਿਲਾਂ ਇਸ ਤਰੀਕੇ ਨਾਲ ਤਿਆਰ ਕਰੋ। ਇਹਨਾਂ ਦੇ ਨਾਮ ਰੱਟ ਕੇ ਕੋਈ ਫਾਇਦਾ ਨਹੀਂ, ਕਿਸੇ ਨੇ ਤੁਹਾਨੂੰ ਪੁੱਛਣਾ ਨਹੀਂ। ਬਸ ਆਪਣਾ ਕੁਐਸਚਨ, ਸਭ ਤੋਂ ਪਹਿਲਾ ਕੰਮ ਕੀ ਹੈ? ਆਪਣਾ ਕੁਐਸਚਨ ਕਵਰ ਹੋਣਾ ਚਾਹੀਦਾ ਹੈ। ਤਾਂ ਆਪਾਂ ਨੂੰ ਪਹਿਲਾਂ ਇਸ ਤਰੀਕੇ ਨਾਲ ਪ੍ਰਿਪੇਅਰ ਹੋਣਾ ਹੈ ਕਿ ਜੇ ਇਹ ਨਾਮ ਲਿਖਿਆ ਹੋਇਆ ਹੈਗਾ ਆ, ਮਤਲਬ ਇਹ ਲਿਖੀ ਹੋਈ ਹੈ ਸਟੇਟਮੈਂਟ ਫਾਦਰ ਆਫ ਮਾਡਰਨ ਪਲਾਸਟਿਕ ਸਰਜਰੀ, ਤਾਂ ਆਪਸ਼ਨ ਦੇ ਵਿੱਚ ਜਦੋਂ ਤੁਸੀਂ ਦੇਖੋ ਗਿੱਲੀ, ਤਾਂ ਪਲਾਸਟਿਕ ਗਿੱਲੀ, ਬਸ ਪਲਾਸਟਿਕ ਗਿੱਲੀ ਇਹ ਯਾਦ ਕਰਿਆ ਹੋਇਆ, ਤਾਂ ਬਸ ਸਮਝੋ ਕਿ ਇਹੀ ਆਨਸਰ ਹੈ।
ਸਮਝਿਓ ਨਾ ਗੱਲ ਨੂੰ, ਇਸ ਤਰੀਕੇ ਨਾਲ ਇਹਨੂੰ ਯਾਦ ਕਰਿਓ ਪਹਿਲਾਂ ਦਾ, ਠੀਕ ਹੈ। ਹਾਂਜੀ, ਫਾਦਰ ਆਫ ਐਂਟੀਸੈਪਟਿਕ ਸਰਜਰੀ, ਫਾਦਰ ਆਫ ਐਂਟੀਸੈਪਟਿਕ ਸਰਜਰੀ ਕਿਹਨੂੰ ਕਿਹਾ ਜਾਂਦਾ? ਇਹ ਕਿਹਾ ਜਾਂਦਾ ਜੀ ਜੋਸਫ ਲਿਸਟਰ ਨੂੰ, ਜੋਸਫ ਲਿਸਟਰ ਨੂੰ ਕਿਹਾ ਜਾਂਦਾ ਹੈ ਫਾਦਰ ਆਫ ਐਂਟੀਸੈਪਟਿਕ ਸਰਜਰੀ। ਨੈਕਸਟ ਹੈ ਜੀ ਫਾਦਰ ਆਫ ਮਾਡਰਨ ਫਿਜ਼ਿਕਸ, ਫਿਜ਼ਿਕਸ ਹੁੰਦਾ ਹੈ ਭੌਤਿਕ ਵਿਗਿਆਨ, ਜਿਵੇਂ ਆਪਣੇ ਸਾਇੰਸ ਦੇ ਵਿੱਚ ਸਬਜੈਕਟ ਹੈ ਨਾ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ, ਇਨਵਾਇਰਨਮੈਂਟ, ਇਦਾਂ ਕਰਕੇ। ਤਾਂ ਫਿਜ਼ਿਕਸ ਦੇ ਪਿਤਾ ਕਿਹਨੂੰ ਕਿਹਾ ਜਾਂਦਾ? ਫਿਜ਼ਿਕਸ ਦੇ ਜਨਕ ਇਹ ਤਾਂ ਤਿੰਨ ਬੰਦੇ ਹੈਗੇ ਆ ਜੀ, ਇਹ ਆਪਸ਼ਨ ਦੇ ਉੱਤੇ ਡਿਪੈਂਡ ਕਰਦੇ ਆ। ਗੈਲੀਲੀਓ ਗੈਲੀਲੀ ਨੂੰ ਵੀ ਕਿਹਾ ਜਾਂਦਾ, ਇਹ ਹੈਗੇ ਆ। ਆਈਜ਼ੈਕ ਨਿਊਟਨ ਨੂੰ ਵੀ ਕਿਹਾ ਜਾਂਦਾ, ਇਹ ਹੈਗੇ ਆ ਆਈਜ਼ੈਕ ਨਿਊਟਨ। ਅਲਬਰਟ ਆਇਨਸਟਾਈਨ ਨੂੰ ਵੀ ਕਿਹਾ ਜਾਂਦਾ, ਇਹ ਹੈਗੇ ਆ ਅਲਬਰਟ ਆਇਨਸਟਾਈਨ। ਆਪਸ਼ਨ ਦੇ ਵਿੱਚ ਕਦੇ ਤਿੰਨੋਂ ਇਕੱਠੇ ਨਹੀਂ ਮਿਲਦੇ, ਟੈਨਸ਼ਨ ਨਾ ਲਓ, ਇਹਨਾਂ ਵਿੱਚੋਂ ਕੋਈ ਇੱਕ ਹੀ ਮਿਲਦਾ ਹੈ। ਤੇ ਇਹ ਵੀ ਅਲੱਗ-ਅਲੱਗ ਸਮੇਂ ਦੇ ਉੱਤੇ ਧਰਤੀ ਦੇ ਉੱਤੇ ਹੋਏ ਹੈ, ਤਾਂ ਸਾਰਿਆਂ ਨੇ ਆਪਣੇ ਵੱਲੋਂ ਫਿਜ਼ਿਕਸ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਦਿਆ, ਤਾਂ ਬਸ ਇਸ ਕਰਕੇ ਕਿਹਾ ਜਾਂਦਾ ਇਹਨਾਂ ਨੂੰ। ਸਮਝਿਓ ਨਾ ਗੱਲ ਨੂੰ। ਚਲੋ ਹਾਂਜੀ, ਜੀਵ ਵਿਗਿਆਨ, ਠੀਕ ਹੈ ਜੀ, ਜੀਵ ਵਿਗਿਆਨ ਯਾਨੀ ਬਾਇਓਲੋਜੀ, ਜੀਵ ਵਿਗਿਆਨ ਯਾਨੀ ਬਾਇਓਲੋਜੀ ਹੋਗੀ, ਠੀਕ ਹੈ। ਪੂਰਨ ਵਿਗਿਆਨ, ਠੀਕ ਹੈ, ਐਮਬ੍ਰੋਇਓਲੋਜੀ ਹੋਗੀ। ਤੇ ਜੂਲੋਜੀ, ਜੂਲੋਜੀ ਕੀ ਹੁੰਦਾ? ਜੰਤੂ ਵਿਗਿਆਨ, ਜੰਤੂ ਲਿਖ ਲਓ ਇੱਥੇ, ਠੀਕ ਹੈ। ਜੀਵ ਵਿਗਿਆਨ ਜਾਂ ਜੰਤੂ ਵਿਗਿਆਨ ਕੋਈ ਚੱਕਰ ਨਹੀਂ, ਜੰਤੂ ਵਿਗਿਆਨ ਦੇ ਪਿਤਾ, ਠੀਕ ਹੈ। ਤਾਂ ਜੂਲੋਜੀ ਬੇਸਿਕਲੀ ਬਾਇਓਲੋਜੀ ਦੀ ਹੀ ਬ੍ਰਾਂਚ ਹੈ। ਬਾਇਓਲੋਜੀ ਹੁੰਦਾ ਕੀ ਹੈ? ਬਾਇਓਲੋਜੀ ਹੁੰਦਾ ਜੀਵ ਵਿਗਿਆਨ, ਜੀਵਿਤ ਚੀਜ਼ਾਂ ਦਾ ਅਧਿਐਨ ਕਰਨਾ, ਸਮਝ ਰਹੇ ਹੋ ਨਾ, ਜੀਵਨ ਦਾ ਅਧਿਐਨ ਕਰਨਾ ਹੈ ਤਾਂ ਬਾਇਓਲੋਜੀ ਹੋ ਗਿਆ। ਬਾਇਓਲੋਜੀ ਦੇ ਅੱਗੇ ਦੋ ਬ੍ਰਾਂਚਾਂ ਹੋ ਗਈਆਂ ਬਾਈ, ਇੱਕ ਜੂਲੋਜੀ ਹੋ ਗਈ, ਇਹਦੇ ਚ ਜਾਨਵਰਾਂ ਦਾ, ਜੰਤੂਆਂ ਦਾ, ਐਨੀਮਲਸ ਦਾ, ਠੀਕ ਹੈ, ਐਨੀਮਲਸ ਦਾ ਅਧਿਐਨ ਕਰਨਾ, ਇਹ ਜੂਲੋਜੀ ਹੋ ਗਈ। ਇੱਕ ਹੋ ਗਏ ਪੇੜ ਪੌਦੇ, ਉਹ ਵੀ ਤਾਂ ਜੀਵਿਤ ਹੁੰਦੇ ਆ, ਉਹ ਵੀ ਤਾਂ ਸੈੱਲਾਂ ਤੋਂ ਬਣੇ ਆ, ਤਾਂ ਉਹ ਹੋ ਗਈ ਬੋਟਨੀ, ਠੀਕ ਹੈ, ਬੋਟਨੀ। ਉਹਨੂੰ ਆਪਾਂ ਬਨਸਪਤੀ ਵਿਗਿਆਨ ਬੋਲਦੇ ਆ, ਵਨਸਪਤੀ ਵਿਗਿਆਨ, ਸਮਝਿਓ। ਤਾਂ ਇਹ ਬਾਇਓਲੋਜੀ ਦੀ ਹੀ ਬ੍ਰਾਂਚਾਂ ਹੁੰਦੀਆਂ। ਬਾਇਓਲੋਜੀ ਤਾਂ ਜੀਵਿਤ ਚੀਜ਼ਾਂ ਦੀ ਸਟੱਡੀ ਹੋਗੀ, ਬਾਇਓਲੋਜੀ ਕੀ ਹੋਗੀ? ਜੀਵਿਤ ਚੀਜ਼ਾਂ ਦੀ ਸਟੱਡੀ। ਤਾਂ ਜੀਵਿਤ ਤਾਂ ਪੇੜ ਪੌਦੇ ਵੀ ਇੱਕ ਤਰ੍ਹਾਂ ਨਾਲ ਹੁੰਦੇ ਆ, ਤੇ ਐਨੀਮਲ ਵੀ ਹੁੰਦੇ ਆ, ਠੀਕ ਹੈ, ਇਨਸਾਨ ਵੀ ਐਨੀਮਲ ਦੇ ਵਿੱਚ ਹੀ ਆਉਂਦਾ, ਤਾਂ ਇਹ ਵੀ ਜੀਵਿਤ ਹੁੰਦੇ ਆ। ਤਾਂ ਜਿਹੜੇ ਐਨੀਮਲ ਹੁੰਦੇ ਆ ਉਹਨਾਂ ਦੀ ਸਟੱਡੀ ਨੂੰ ਜੂਲੋਜੀ ਬੋਲਦੇ ਆ, ਪੇੜ ਪੌਦੇ ਵਾਲੇ ਨੂੰ ਆਪਾਂ ਬੋਟਨੀ ਬੋਲਦੇ ਆ, ਬਨਸਪਤੀ ਵਿਗਿਆਨ, ਸਮਝਿਓ। ਤਾਂ ਬਨਸਪਤੀ ਵਿਗਿਆਨ ਦਾ ਅਲੱਗ ਹੈ ਬੰਦਾ ਬਈ, ਬਨਸਪਤੀ ਵਿਗਿਆਨ ਦਾ ਪਿਤਾ ਆਪਾਂ ਬੋਲਦੇ ਆ ਥਿਓਫਰਸਟਸ ਨੂੰ। ਕਿਹਨੂੰ ਬੋਲਦੇ ਆ? ਥਿਓਫਰਸਟਸ, ਅੱਗੇ ਆ ਜਾਏਗਾ। ਬਾਕੀ ਰਹੀ ਗੱਲ ਬਾਇਓਲੋਜੀ ਤੇ ਜੂਲੋਜੀ, ਉਹ ਹੈਗਾ ਆ ਐਰਿਸਟੋਟਲ। ਕੌਣ ਹੈ? ਐਰਿਸਟੋਟਲ। ਕੌਣ ਹੈ ਬੰਦਾ ਬਈ? ਐਰਿਸਟੋਟਲ ਹੈ। ਐਰਿਸਟੋਟਲ, ਜਿਹਨੂੰ ਆਪਾਂ ਅਰਸਤੂ ਵੀ ਬੋਲਦੇ ਆ। ਕੀ ਬੋਲਦੇ ਆ? ਅਰਸਤੂ। ਤੁਸੀਂ ਹਿਸਟਰੀ 'ਚ ਪੜਿਆ ਹੋਣਾ ਅਰਸਤੂ ਬਾਰੇ। ਉਹ ਜਿਹੜਾ ਸਿਕੰਦਰ ਸੀਗਾ ਨਾ, ਅਲੈਗਜ਼ੈਂਡਰ ਸਿਕੰਦਰ ਜਿਹਨੂੰ ਕਿਹਾ ਜਾਂਦਾ ਹੈ, ਸਿਕੰਦਰ ਦਾ ਗੁਰੂ ਸੀਗਾ ਇਹ, ਸਿਕੰਦਰ ਦਾ ਗੁਰੂ ਸੀਗਾ ਅਰਸਤੂ। ਇਹਨੂੰ ਆਪਾਂ ਅਰਸਤੂ ਬੋਲਦੇ ਆ, ਠੀਕ ਹੈ। ਅਰਸਤੂ ਯੂਨਾਨ ਦਾ ਸੀਗਾ। ਤਾਂ ਜੀਵ ਵਿਗਿਆਨ, ਜੰਤੂ ਵਿਗਿਆਨ, ਇਹ ਸਾਰਾ ਫਾਦਰ ਕੌਣ ਹੈ ਇਹਨਾਂ ਦਾ? ਜਨਕ ਕੌਣ ਹੈ? ਅਰਸਤੂ ਹੈਗਾ, ਐਰਿਸਟੋਟਲ। ਨੈਕਸਟ ਆ ਜਾਓ ਜੀ, ਫਾਦਰ ਆਫ ਮਾਈਕਰੋਬਾਇਓਲੋਜੀ। ਫਾਦਰ ਆਫ ਮਾਈਕਰੋਬਾਇਓਲੋਜੀ ਕਿਹਨੂੰ ਕਿਹਾ ਜਾਂਦਾ ਹੈ? ਫਾਦਰ ਆਫ ਮਾਈਕਰੋਬਾਇਓਲੋਜੀ ਕਿਹਾ ਜਾਂਦਾ ਹੈ ਐਂਟੋਇਨ ਫਿਲਿਪਸ ਵੈਨ ਲੀeuwenhoek। ਇਹਨੂੰ ਆਪਾਂ ਯਾਦ ਰੱਖਾਂਗੇ, ਐਂਟੋਨੀ, ਦੇਖੋ ਇਹਨੂੰ ਯਾਦ ਰੱਖੋ, ਐਂਟੋਨੀ ਲੀeuwenhoek, ਐਂਟੋਨੀ ਲੀeuwenhoek, ਠੀਕ ਹੈ, ਜਾਂ ਫਿਰ AP ਲੀeuwenhoek। ਇਸ ਵਰਡ ਨੂੰ ਤਾਂ ਜ਼ਰੂਰ ਯਾਦ ਰੱਖਣਾ ਹੈ, ਲੀeuwenhoek ਨੂੰ, ਲੀeuwenhoek ਵਰਡ ਜ਼ਰੂਰ ਯਾਦ ਰੱਖਣਾ ਹੈ। ਓਕੇ, ਚਲੋ ਨੈਕਸਟ ਆਓ। ਹਾਂਜੀ, ਫਾਦਰ ਆਫ ਗ੍ਰੀਨ ਰੈਵੋਲੂਸ਼ਨ, ਹਰੀ ਕ੍ਰਾਂਤੀ ਦੇ ਪਿਤਾ। ਇਹ ਤਾਂ ਬਹੁਤ ਕਾਮਨ ਹੈ, ਬਹੁਤ ਹੀ ਕਾਮਨ ਕੁਐਸਚਨ ਹੈ ਤੇ ਤੁਹਾਨੂੰ ਸਾਰਿਆਂ ਨੂੰ ਆਲਰੇਡੀ ਪਤਾ ਹੀ ਹੈ। ਨੋਰਮਨ ਬਾਰਲੋਗ ਨੂੰ ਕਿਹਾ ਜਾਂਦਾ ਹੈ। ਹਰੀ ਕ੍ਰਾਂਤੀ ਦਾ ਸੰਬੰਧ ਅਨਾਜ ਦੇ ਉਤਪਾਦਨ ਦੇ ਨਾਲ ਹੈ, ਤੇ ਮੇਨਲੀ ਆਪਣੇ ਇੰਡੀਆ ਦੇ ਵਿੱਚ ਜਿਹੜੀ ਹਰੀ ਕ੍ਰਾਂਤੀ ਆ ਉਹਦੇ ਚ ਕਣਕ ਤੇ ਰਾਈਸ, ਇਹ ਦੋ ਜ਼ਿਆਦਾ ਫੇਮਸ ਹੋਏ ਸੀ। ਕਣਕ ਉਹਦੇ ਵਿੱਚੋਂ ਵੀ ਸਭ ਤੋਂ ਜ਼ਿਆਦਾ ਫੇਮਸ ਹੋਈ ਹੈ, ਠੀਕ ਹੈ। ਸਭ ਤੋਂ ਜ਼ਿਆਦਾ ਲਾਭ ਕਿਹਨੂੰ ਹੋਇਆ? ਕਣਕ ਨੂੰ ਹੋਇਆ ਸੀਗਾ। ਤਾਂ ਹਰੀ ਕ੍ਰਾਂਤੀ ਦੇ ਪਿਤਾ ਨੋਰਮਨ ਬਾਰਲੋਗ। ਇੰਡੀਆ ਦੇ ਵਿੱਚ ਹਰੀ ਕ੍ਰਾਂਤੀ ਦੇ ਪਿਤਾ MS ਸਵਾਮੀਨਾਥਨ ਨੂੰ ਕਿਹਾ ਜਾਂਦਾ ਹੈ, ਠੀਕ ਹੈ। ਦੁਨੀਆ ਦੇ ਵਿੱਚ ਨੋਰਮਨ ਬਾਰਲੋਗ ਹੋ ਗਿਆ, ਤੇ ਇੰਡੀਆ ਦੇ ਵਿੱਚ MS ਸਵਾਮੀਨਾਥਨ। ਇਹ ਹੈਗੇ ਨੋਰਮਨ ਬਾਰਲੋਗ ਜੀ, ਇਹ ਹੈਗੇ ਆ ਸਵਾਮੀਨਾਥਨ ਜੀ। ਓਕੇ, ਚਲੋ ਅੱਗੇ ਆ ਜਾਓ। ਫਾਦਰ ਆਫ ਜੈਨੇਟਿਕਸ, ਫਾਦਰ ਆਫ ਜੈਨੇਟਿਕਸ, ਇਹ ਕਿਹਾ ਜਾਂਦਾ ਹੈ ਗ੍ਰੇਗਰ ਜੌਨ ਮੈਂਡਲ ਨੂੰ। ਕਿਹਨੂੰ ਕਿਹਾ ਜਾਂਦਾ ਹੈ? ਗ੍ਰੇਗਰ ਜੌਨ ਮੈਂਡਲ ਨੂੰ, ਜੈਨੇਟਿਕਸ ਦੇ ਪਿਤਾ, ਠੀਕ ਹੈ। ਅਣੂਵੰਸ਼ਕੀ, ਜੈਨੇਟਿਕਸ ਨੂੰ ਆਪਾਂ ਹਿੰਦੀ ਪੰਜਾਬੀ ਚ ਕੀ ਬੋਲਦੇ ਆ? ਅਣੂਵੰਸ਼ਕੀ। ਤਾਂ ਲਿਖ ਲਿਓ, ਕੋਈ ਚੱਕਰ ਨਹੀਂ। ਵੈਸੇ ਪੰਜਾਬੀ ਦੇ ਵਿੱਚ ਤਾਂ ਨਾ ਕਈ ਵਾਰ ਅਣੂਵੰਸ਼ਕੀ ਨਹੀਂ ਲਿਖਦੇ, ਜੈਨੇਟਿਕ ਹੀ ਲਿਖ ਦਿੰਦੇ ਆ, ਜਿੱਦਾਂ ਮੈਂ ਲਿਖਿਆ ਹੋਇਆ। ਫਿਰ ਵੀ ਤੁਸੀਂ ਆਪਣੇ ਹਿਸਾਬ ਨਾਲ ਲਿਖ ਲਿਓ, ਅਣੂਵੰਸ਼ਿਕਤਾ ਦੇ ਪਿਤਾ ਜਾਂ ਅਣੂਵੰਸ਼ਕੀ ਦੇ ਪਿਤਾ ਗ੍ਰੇਗਰ ਜੌਹਨ ਮੈਂਡਲ, ਠੀਕ ਹੈ। ਗ੍ਰੇਗਰ ਮੈਂਡਲ, ਜਾਂ ਗ੍ਰੇਗਰ ਮੈਂਡਲ ਬੋਲ ਦੋ, ਗ੍ਰੇਗਰ ਜੌਨ ਮੈਂਡਲ ਬੋਲ ਦੋ, ਕੋਈ ਚੱਕਰ ਨਹੀਂ। ਫਾਦਰ ਆਫ ਐਵੋਲਿਊਸ਼ਨ, ਵਿਕਾਸਵਾਦ ਦਾ ਪਿਤਾ। ਐਵੋਲਿਊਸ਼ਨ, ਥਿਓਰੀ ਆਫ ਐਵੋਲਿਊਸ਼ਨ ਕਿਹਨੇ ਦਈ ਹੈ? ਤਾਂ ਕਈ ਵਾਰ ਇਦਾਂ ਵੀ ਪੁੱਛ ਲੈਂਦੇ ਆ ਕਿ ਥਿਓਰੀ ਆਫ ਐਵੋਲਿਊਸ਼ਨ, ਥਿਓਰੀ ਆਫ ਐਵੋਲਿਊਸ਼ਨ, ਵਿਕਾਸ ਦਾ ਸਿਧਾਂਤ, ਵਿਕਾਸ ਦਾ ਸਿਧਾਂਤ ਕਿਹਨੇ ਦਿਆ? ਚਾਰਲਸ ਡਾਰਵਿਨ ਨੇ। ਸੁਪਰ ਇੰਪੋਰਟੈਂਟ ਹੈ,
ਚਾਰਲਸ ਡਾਰਵਿਨ ਨੇ ਦਿਆ ਬਈ। ਠੀਕ ਹੈ, ਬਸ ਇਹਨਾਂ ਨੂੰ ਇਦਾਂ ਹੀ ਯਾਦ ਰੱਖਣਾ, ਹੌਲੀ ਹੌਲੀ ਕਰਕੇ ਹੋ ਜਾਣਗੇ, ਟੈਨਸ਼ਨ ਨਹੀਂ ਲੈਣੀ। ਚਲੋ ਕੁਝ ਚੀਜ਼ਾਂ ਸਾਇੰਸ ਤੋਂ ਅਲੱਗ ਵੀ ਹੈ, ਉਹ ਵੀ ਮੈਂ ਇੱਥੇ ਹੀ ਐਡ ਕਰਤੀ ਤਾਂ ਕਿ ਜਦੋਂ ਤੁਸੀਂ ਸਾਰੇ ਫਾਦਰ ਯਾਦ ਕਰੋ ਤਾਂ ਇਕੱਠੇ ਹੀ ਯਾਦ ਹੋ ਜਾਣ। ਠੀਕ ਹੈ ਨਾ, ਫਿਰ ਉਹਨਾਂ ਵਾਸਤੇ ਨਹੀਂ ਦੋ ਚਾਰਾਂ ਵਾਸਤੇ ਅਲੱਗ ਵੀਡੀਓ ਬਣਾਉਣੀ ਪੈਂਦੀ। ਜਿਹੜੇ ਸਾਇੰਸ ਦੇ ਨਾਲ ਸੰਬੰਧਿਤ ਵੀ ਨਹੀਂ ਹੈਗੇ, ਕੁਝ ਦੋ ਚਾਰ ਮੈਂ ਵਿੱਚ ਐਡ ਕਰੇ ਆ। ਜਿਵੇਂ ਫਾਦਰ ਆਫ ਮਾਡਰਨ ਓਲੰਪਿਕ ਕਿਹਨੂੰ ਕਿਹਾ ਜਾਂਦਾ ਹੈ? ਆਧੁਨਿਕ ਓਲੰਪਿਕ ਦੇ ਪਿਤਾ। ਆਧੁਨਿਕ ਟਾਈਮ ਦੇ ਵਿੱਚ ਜਿਹੜਾ ਓਲੰਪਿਕ ਚੱਲਾ ਹੋਇਆ 1896 ਚ ਚਲੇ ਸੀ ਨਾ ਪਹਿਲੀ ਵਾਰ, ਹਨਾ, ਆਧੁਨਿਕ ਟਾਈਮ ਦੇ ਵਿੱਚ, ਤਾਂ ਉਹਦਾ ਪਿਤਾ ਕਿਹਾ ਜਾਂਦਾ ਹੈ। ਫਰਾਂਸ ਦਾ ਇਹ ਬੰਦਾ ਸੀਗਾ ਜੀ। ਦੇਖੋ ਇਹਨੂੰ ਪਤਾ ਕਿੱਦਾਂ ਯਾਦ ਰੱਖਣਾ ਇਸ ਨਾਮ ਨੂੰ? ਪਿਆਰੇ ਦੀ ਕੁਰਬਾਨੀ। ਠੀਕ ਹੈ, ਇਹਨੂੰ ਪੰਜਾਬੀ ਚ ਪਤਾ ਕੀ ਲਿਖ ਲਿਓ? ਪਿਆਰੇ ਦੀ ਕੁਰਬਾਨੀ। ਬਸ ਨਾਮ ਤਾਂ ਇਹਦਾ ਕੁਝ ਹੋਰ ਹੈ, ਪੈਰੇ ਡੀ ਕੋਬਰਟੀਨ, ਹਨਾ, ਪੈਰੇ ਡੀ ਕੋਬਰਟੀਨ। ਬੈਰੋਨ ਵੀ ਵਿੱਚ ਨਾਮ ਇਹਦੇ ਆਉਂਦਾ ਹੈ, ਪੈਰੇ ਬੈਰੋਨ ਡੀ ਕੋਬਰਟੀਨ ਇਹ ਨਾਮ ਹੈ, ਬਟ ਆਪਾਂ ਪੰਜਾਬੀ ਚ ਕੀ ਬੋਲਾਂਗੇ ਇਹਨੂੰ? ਪਿਆਰੇ ਦੀ ਕੁਰਬਾਨੀ। ਤੇ ਓਲੰਪਿਕ ਚ ਜਾਣ ਵਾਸਤੇ ਪਿਆਰੀ ਚੀਜ਼ਾਂ ਦੀ ਕੁਰਬਾਨੀ ਦੇਣੀ ਪੈਂਦੀ ਹੈ। ਬਸ ਇਦਾਂ ਯਾਦ ਰੱਖ ਲਓ, ਓਲੰਪਿਕ ਚ ਜਾਣ ਵਾਸਤੇ ਪਿਆਰੀ ਚੀਜ਼ਾਂ ਦੀ ਕੁਰਬਾਨੀ ਦੇਣੀ ਪੈਂਦੀ ਹੈ। ਫਾਦਰ ਆਫ ਵਾਈਟ ਰੈਵੋਲੂਸ਼ਨ, ਸਫੇਦ ਕ੍ਰਾਂਤੀ ਦਾ ਪਿਤਾਮਾ। ਸਫੇਦ ਕ੍ਰਾਂਤੀ ਇਹ ਕਿਹਦੇ ਨਾਲ ਸੰਬੰਧਿਤ ਸੀ? ਸਫੇਦ ਕ੍ਰਾਂਤੀ ਮਿਲਕ ਪ੍ਰੋਡਕਸ਼ਨ ਨਾਲ। ਮਿਲਕ ਪ੍ਰੋਡਕਸ਼ਨ, ਦੁੱਧ ਦੀ ਪੈਦਾਵਾਰ ਵਧਾਉਣੀ ਹੈ ਦੇਸ਼ ਦੇ ਵਿੱਚ। ਆਪਰੇਸ਼ਨ ਫਲੱਡ ਆਇਆ ਸੀਗਾ, ਜਿਨ੍ਹਾਂ ਨੂੰ ਨਹੀਂ ਪਤਾ ਉਹ ਲਿਖ ਲਿਓ, ਆਪਰੇਸ਼ਨ ਫਲੱਡ ਚੱਲਿਆ ਸੀਗਾ ਬਈ। ਫਲੱਡ ਮਤਲਬ ਦੁੱਧ ਦਾ ਹੜ ਲਿਆ ਦੇਣਾ ਬਈ। ਠੀਕ ਹੈ, ਆਪਰੇਸ਼ਨ ਫਲੱਡ, ਵਾਈਟ ਰੈਵੋਲੂਸ਼ਨ। ਇਹਦੇ ਪਿਤਾ ਕਿਹਾ ਜਾਂਦਾ ਡਾਕਟਰ ਵਰਗੀਸ ਕੁਰੀਅਨ ਨੂੰ। ਡਾਕਟਰ ਵਰਗੀਸ ਕੁਰੀਅਨ, ਠੀਕ ਹੈ, ਡਾਕਟਰ ਵਰਗੀਸ ਕੁਰੀਅਨ ਇਹ ਹੈਗੇ ਆ। ਤੇ ਇਹ ਅਮੂਲ ਕੰਪਨੀ ਜਿਹੜੀ ਹੈਗੀ ਆ, ਇਹਦੇ ਸੰਸਥਾਪਕ ਮਤਲਬ ਇਹਦੇ ਫਾਊਂਡੇਸ਼ਨ ਦੇ ਵਿੱਚ ਬਹੁਤ ਯੋਗਦਾਨ ਹੈ ਇਹਨਾਂ ਦਾ। ਅਮੂਲ ਕੰਪਨੀ ਦੇ ਬਣਨ ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਹੈ। ਇਹਨਾਂ ਦਾ ਜਨਮ ਦਿਨ ਵੀ ਯਾਦ ਰੱਖ ਲਿਓ, ਕਈ ਵਾਰ ਆ ਜਾਂਦਾ ਹੈ। 26 ਨਵੰਬਰ ਨੂੰ ਮਨਾਉਂਦੇ ਆ ਆਪਾਂ। ਕਦੋਂ? 26 ਨਵੰਬਰ ਨੂੰ ਮਿਲਕ ਡੇ ਮਨਾਇਆ ਜਾਂਦਾ, ਨੈਸ਼ਨਲ ਮਿਲਕ ਡੇ। ਦੁਨੀਆ ਦੇ ਵਿੱਚ ਨਹੀਂ, ਇੰਡੀਆ ਦੇ ਵਿੱਚ ਨੈਸ਼ਨਲ ਮਿਲਕ ਡੇ 26 ਨਵੰਬਰ। ਨੈਸ਼ਨਲ ਮਿਲਕ ਡੇ 26 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਹਨਾਂ ਦਾ ਬਰਥਡੇ ਹੁੰਦਾ ਵਰਗੀਸ ਕੁਰੀਅਨ ਦਾ। 26 ਨਵੰਬਰ ਨੂੰ ਆਪਾਂ ਕਨਸਟੀਟਿਊਸ਼ਨ ਡੇ ਵੀ ਤਾਂ ਮਨਾਉਂਦੇ ਆ, ਸੰਵਿਧਾਨ ਡੇ। ਹਾਂਜੀ, ਫਾਦਰ ਆਫ ਬਲੂ ਰੈਵੋਲੂਸ਼ਨ ਇਨ ਦਾ ਵਰਲਡ, ਸੰਸਾਰ ਵਿੱਚ ਨੀਲੀ ਕ੍ਰਾਂਤੀ ਦੇ ਪਿਤਾਮਾ ਉਹ ਕਿਹਾ ਜਾਂਦਾ ਹੀਰਾ ਲਾਲ ਚੌਧਰੀ ਨੂੰ। ਨੀਲੀ ਕ੍ਰਾਂਤੀ ਦਾ ਸੰਬੰਧ ਕਿਹਦੇ ਨਾਲ ਹੈ ਭਾਈ? ਨੀਲੀ ਕ੍ਰਾਂਤੀ ਫਿਸ਼ ਪ੍ਰੋਡਕਸ਼ਨ ਦੇ ਨਾਲ ਹੈ। ਫਿਸ਼ ਪ੍ਰੋਡਕਸ਼ਨ, ਮੱਛੀ ਉਤਪਾਦਨ ਦੇ ਨਾਲ ਸੰਬੰਧਿਤ ਹੈ, ਮੱਛੀ ਉਤਪਾਦਨ ਦੇ ਨਾਲ ਹੈ। ਠੀਕ ਹੈ, ਹੀਰਾ ਲਾਲ ਚੌਧਰੀ ਪੂਰੀ ਦੁਨੀਆ ਦੇ ਵਿੱਚ। ਇੰਡੀਆ ਦੇ ਵਿੱਚ ਕਿਹਨੂੰ ਕਹਿੰਦੇ ਆ? ਅਰੁਣ ਕ੍ਰਿਸ਼ਨਨ ਨੂੰ ਕਹਿੰਦੇ ਆ। ਕਿਹਨੂੰ ਕਹਿੰਦੇ ਆ? ਅਰੁਣ ਕ੍ਰਿਸ਼ਨਨ। ਦੋਨੇ ਹੀ ਇੰਡੀਆ ਦੇ ਸੀਗੇ। ਠੀਕ ਹੈ, ਇਹ ਕੁਐਸਚਨ ਆਪਸ਼ਨ ਤੇ ਡਿਪੈਂਡ ਕਰਦਾ ਹੈ। ਜੇ ਤੁਹਾਨੂੰ ਕੁਐਸਚਨ ਇਹ ਵੀ ਆ ਗਿਆ ਨਾ, ਫਾਦਰ ਆਫ ਬਲੂ ਰੈਵੋਲੂਸ਼ਨ ਕਿਹਨੂੰ ਕਿਹਾ ਜਾਂਦਾ ਇੰਡੀਆ ਦੇ ਵਿੱਚ, ਪਤਾ ਲੱਗਿਆ ਅਰੁਣ ਕ੍ਰਿਸ਼ਨਨ ਤਾਂ ਆਪਸ਼ਨ ਦੇ ਵਿੱਚ ਹੀ ਨਹੀਂ ਪਾ ਰੱਖਿਆ, ਹੀਰਾ ਲਾਲ ਚੌਧਰੀ ਪਾ ਰੱਖਿਆ ਹੈ, ਤਾਂ ਚਾਹੇ ਵਰਲਡ ਹੈ ਚਾਹੇ ਇੰਡੀਆ, ਗੱਲ ਸੇਮ ਹੈ, ਦੋਨੇ ਇੰਡੀਆ ਦੇ ਹੀ ਹੈਗੇ ਆ। ਬਟ ਪਹਿਲੀ ਪ੍ਰੈਫਰੈਂਸ ਆਪਣੀ ਹੀਰਾ ਲਾਲ ਚੌਧਰੀ ਨੂੰ ਰਹੇਗੀ ਹਮੇਸ਼ਾ, ਦੂਜੇ ਨੰਬਰ ਤੇ ਅਰੁਣ ਕ੍ਰਿਸ਼ਨਨ ਨੂੰ ਰਹੇਗੀ। ਓਕੇ, ਸਮਝਿਓ ਨਾ ਗੱਲ ਨੂੰ। ਚਲੋ ਨੈਕਸਟ ਆ ਜਾਓ ਜੀ। ਫਾਦਰ ਆਫ ਆਰਟੀਫਿਸ਼ੀਅਲ ਇੰਟੈਲੀਜੈਂਸ, AI। 5ਵੀਂ ਜਨਰੇਸ਼ਨ ਚ ਆਪਾਂ ਯੂਜ਼ ਕਰ ਰਹੇ ਹਾਂ, 5ਵੀਂ ਪੀढ़ी ਦੇ ਕੰਪਿਊਟਰਾਂ ਚ ਆਰਟੀਫਿਸ਼ੀਅਲ ਇੰਟੈਲੀਜੈਂਸ ਯੂਜ਼ ਹੋ ਰਹੀ ਹੈ। ਪਤਾ ਹੈ ਨਾ ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਸਾਰਿਆਂ ਨੂੰ। ਉਹਦੇ ਪਿਤਾ ਕਿਹਨੂੰ ਕਿਹਾ ਜਾਂਦਾ ਹੈ? ਜੌਨ ਮਕਾਰਥੀ ਨੂੰ ਕਿਹਾ ਜਾਂਦਾ ਹੈ, ਜੌਨ ਮਕਾਰਥੀ। ਠੀਕ ਹੈ, ਤੇ ਆਰਟੀਫਿਸ਼ੀਅਲ ਇੱਕ ਤਰ੍ਹਾਂ ਨਕਲੀ ਹੁੰਦੀ ਹੈ, ਇੰਟੈਲੀਜੈਂਸ ਮਤਲਬ ਬੁੱਧੀਮਤਾ, ਹਨਾ, ਨਕਲੀ ਬੁੱਧੀਮਤਾ। ਤੇ ਨਕਲੀ ਬੁੱਧੀ ਦੇ ਆਸਰੇ ਨਹੀਂ ਬੈਠਣਾ ਚਾਹੀਦਾ ਹੈ ਬਾਈ, ਜਾਨ ਮਕਾ ਦਿੰਦੀ ਹੈ। ਸਮਝਿਓ ਨਾ, ਨਕਲੀ ਬੁੱਧੀ ਜਾਨ ਮਕਾ ਦਿੰਦੀ ਹੈ। ਜੌਨ ਮਕਾਰਥੀ ਜਾਨ ਮਕਾ ਦਿੰਦੀ ਹੈ, ਬਸ ਇਦਾਂ ਯਾਦ ਰੱਖ ਲਿਓ ਇਹਨੂੰ। ਠੀਕ ਹੈ, ਤਾਂ ਇਦਾਂ ਕਰਕੇ ਬਈ ਉਲਟੇ ਸਿੱਧੇ ਨਾਮ ਰੱਖ ਕੇ ਕਿਸੇ ਤਰ੍ਹਾਂ ਵੀ ਯਾਦ ਕਰਨੇ ਯਾਰ ਆਪਾਂ ਨੇ, ਬਸ ਯਾਦ ਕਰਿਓ। ਕੁੱਲ ਮਿਲਾ ਕੇ ਗੱਲ ਇਹ ਹੈ। ਫਾਦਰ ਆਫ ਬੋਟਨੀ, ਬੋਟਨੀ ਤੁਹਾਨੂੰ ਕਿਹਾ ਸੀਗਾ ਨਾ ਬਾਇਓਲੋਜੀ ਦੀ ਬ੍ਰਾਂਚ ਹੁੰਦੀ ਹੈ ਬੋਟਨੀ, ਬਨਸਪਤੀ ਵਿਗਿਆਨ ਬੋਲਦੇ ਆ। ਕੀ ਬੋਲਦੇ ਆ? ਬਨਸਪਤੀ ਵਿਗਿਆਨ। ਲਿਖ ਲਿਓ, ਬੋਟਨੀ ਯਾਨੀ ਵਨਸਪਤੀ ਵਿਗਿਆਨ, ਵਨਸਪਤੀ ਵਿਗਿਆਨ। ਠੀਕ ਹੈ ਨਾ, ਥਿਓਫਰੈਸਟਸ ਨੂੰ ਕਿਹਾ ਜਾਂਦਾ ਹੈ ਬਨਸਪਤੀ ਵਿਗਿਆਨ ਦੇ ਪਿਤਾ, ਥਿਓਫਰੈਸਟਸ ਨੂੰ ਕਿਹਾ ਜਾਂਦਾ ਹੈ। ਓਕੇ, ਦੇਖੋ ਇਹਦੇ ਨਾਂ ਦੇ ਵਿੱਚ ਦੇਖੋ ਥਿਓਫਰੈਸਟਸ, ਥਿਓਫਰੈਸਟਸ, ਫੋਰੈਸਟਸ ਨੂੰ ਪੜੋ ਫੋਰੈਸਟ, ਇਹਦਾ ਨਾਂ ਰੱਖ ਲਓ ਥਿਓਫੋਰੈਸਟ, ਥਿਓਫੋਰੈਸਟ। ਫੋਰੈਸਟ ਮਤਲਬ ਜੰਗਲ, ਜੰਗਲ ਦੇ ਵਿੱਚ ਮਿਲਦੀ ਹੈ ਬਨਸਪਤੀ। ਸਮਝਿਓ ਨਾ, ਬੋਟਨੀ ਯਾਨੀ ਪੇੜ ਪੌਦੇ। ਸਮਝ ਗਏ ਗੱਲ ਬਾਈ? ਬੂਟੇ ਜਿੱਦਾਂ ਮਰਜ਼ੀ ਯਾਦ ਰੱਖ ਲਓ। ਫਾਦਰ ਆਫ ਬੂਟੇ ਕਿਹਨੂੰ ਕਿਹਾ ਜਾਂਦਾ ਹੈ? ਫੋਰੈਸਟਸ, ਫੋਰੈਸਟ ਨੂੰ ਕਿਹਾ ਜਾਂਦਾ ਜੰਗਲ ਨੂੰ। ਇਦਾਂ ਰਿਲੇਟ ਕਰਨੇ ਹੁੰਦੇ ਆ। ਫਾਦਰ ਆਫ ਐਂਟੋਨੋਮੀ, ਫਾਦਰ ਆਫ ਐਂਟੋਨੋਮੀ ਸਰੀਰ ਵਿਗਿਆਨ ਦੇ ਪਿਤਾ ਐਂਡਰੀਅਸ ਵੇਜ਼ਾਲੀਅਸ ਨੂੰ ਕਿਹਾ ਜਾਂਦਾ ਹੈ। ਠੀਕ ਹੈ, ਐਂਡਰੀਜ਼ ਵੇਜ਼ਾਲੀਅਸ ਨੂੰ ਕਿਹਾ ਜਾਂਦਾ ਹੈ, ਇਹ ਯਾਦ ਰੱਖ ਲਿਓ। ਹੌਲੀ ਹੌਲੀ ਕਰਕੇ ਬਈ ਉਸ ਦੀ ਮੈਂ ਤੁਹਾਨੂੰ ਜਿਵੇਂ ਟ੍ਰਿਕ ਬੋਲਦੀ ਉਸ ਦੀ ਤੁਸੀਂ ਆਪ ਬਣਾਇਓ ਤੇ ਯਾਦ ਕਰਿਓ ਹੌਲੀ ਹੌਲੀ। ਠੀਕ ਹੈ, ਆਂਦੇ ਜ਼ਰੂਰ ਹੈ ਪੇਪਰਾਂ ਦੇ ਵਿੱਚ, ਪੁਰਾਣੇ ਪੇਪਰ ਚੱਕ ਕੇ ਦੇਖਿਓ। ਕੰਪਿਊਟਰ ਸਾਇੰਸ ਦੇ ਪਿਤਾ, ਕੰਪਿਊਟਰ ਸਾਇੰਸ ਦੇ ਪੁੱਛਿਆ, ਕੰਪਿਊਟਰ ਦੇ ਨਹੀਂ ਪੁੱਛਿਆ। ਕੰਪਿਊਟਰ ਦੇ ਤੁਹਾਨੂੰ ਪਤਾ ਚਾਰਲਸ ਬੈਬੇਜ ਨੂੰ ਆਪਾਂ ਬੋਲਦੇ ਹਾਂ। ਠੀਕ ਹੈ, ਇਹ ਕੰਪਿਊਟਰ ਸਾਇੰਸ ਹੈ ਜੀ, ਕੰਪਿਊਟਰ ਸਾਇੰਸ।
ਇਹ ਜੋਰਜ ਬੂਲੇ ਜਾਂ ਫਿਰ ਐਲਨ ਟਿਊਰਿੰਗ ਨੂੰ ਕਿਹਾ ਜਾਂਦਾ ਹੈ, ਜਾਂ ਦੋਨਾਂ ਨੂੰ ਕਿਹਾ ਜਾਂਦਾ ਹੈ। ਆਪਸ਼ਨ ਦੇ ਉੱਤੇ ਡਿਪੈਂਡ ਕਰਦਾ ਹੈ ਕੁਐਸਚਨ, ਠੀਕ ਹੈ। ਤਾਂ ਐਲਨ ਟਿਊਰਿੰਗ ਤੇ ਜੋਰਜ ਬੂਲੇ ਇਹਨਾਂ ਨੂੰ ਕਿਹਾ ਜਾਂਦਾ ਹੈ ਬਈ। ਉਸ ਤੋਂ ਬਾਅਦ ਆ ਜੋ ਫਾਦਰ ਆਫ ਮਾਡਰਨ ਐਸਟਰੋਨੋਮੀ, ਆਧੁਨਿਕ ਖਗੋਲ ਵਿਗਿਆਨ ਦੇ ਪਿਤਾ, ਆਧੁਨਿਕ ਖਗੋਲ ਵਿਗਿਆਨ ਦੇ ਪਿਤਾ ਕਿਹਾ ਜਾਂਦਾ ਹੈ ਨਿਕੋਲਸ ਕੋਪਰਨਿਕਸ। ਇਹਨੂੰ ਕਿਹਾ ਜਾਂਦਾ ਹੈ ਨਿਕੋਲਸ ਕੋਪਰਨਿਕਸ ਨੂੰ ਕਿਹਾ ਜਾਂਦਾ ਹੈ, ਠੀਕ ਹੈ। ਚਲੋ, ਫਾਦਰ ਆਫ ਨਿਊਕਲੀਅਰ ਫਿਜ਼ਿਕਸ, ਪਰਮਾਣੂ ਭੌਤਿਕ ਵਿਗਿਆਨ ਦੇ ਪਿਤਾ, ਪਰਮਾਣੂ ਭੌਤਿਕ ਵਿਗਿਆਨ ਦੇ ਕਿਹਾ ਜਾਂਦਾ ਹੈ ਜੀ ਰਦਰਫੋਰਡ ਨੂੰ। ਕਿਹਨੂੰ ਕਿਹਾ ਜਾਂਦਾ ਹੈ? ਰਦਰਫੋਰਡ ਨੂੰ ਕਿਹਾ ਜਾਂਦਾ ਹੈ, ਰਦਰਫੋਰਡ ਨੂੰ। ਫਾਦਰ ਆਫ ਨਿਊਕਲੀਅਰ ਕੈਮਿਸਟਰੀ, ਪਰਮਾਣੂ ਰਸਾਇਣ ਵਿਗਿਆਨ ਦੇ ਪਿਤਾ, ਇਹ ਕਿਹਾ ਜਾਂਦਾ ਹੈ ਓਟੋ ਹੋਮ ਨੂੰ। ਕਿਹਨੂੰ ਕਿਹਾ ਜਾਂਦਾ ਹੈ ਬਈ? ਓਟੋ ਹੋਮ ਨੂੰ, ਠੀਕ ਹੈ। ਓਟੋ ਹਾਨ, ਸੌਰੀ ਓਟੋ ਹੋਮ ਨਹੀਂ, ਓਟੋ ਹਾਨ ਨੂੰ ਕਿਹਾ ਜਾਂਦਾ ਹੈ, ਓਟੋ ਹਾਨ, ਠੀਕ ਹੈ। ਇਹਨੂੰ ਦੇਖੋ ਨਾ, ਆਪਾਂ ਇਦਾਂ ਯਾਦ ਰੱਖ ਸਕਦੇ ਹਾਂ, ਪਰਮਾਣੂ ਰਸਾਇਣਿਕ ਵਿਗਿਆਨ, ਹੈ ਨਾ। ਪਰਮਾਣੂ ਨੂੰ ਮਾਣੂ ਰਸ, ਮਾਣੂ ਰਸ ਲੈਣ, ਮਾਣੂ ਰਸ ਹੁੰਦੇ ਆ ਜਿਹੜੇ ਚਾਹ ਚ ਭਿਓ ਕੇ ਖਾਂਦੇ ਆਪਾਂ, ਠੀਕ ਹੈ। ਮਾਣੂ ਹੈ ਜਿਹੜਾ, ਮਾਣੂ ਕੋਈ ਬੰਦਾ ਹੈ, ਮਾਣੂ ਰਸ ਲੈਣ ਓਟ ਚ ਗਿਆ। ਕਿੱਥੇ ਗਿਆ? ਓਟੋ ਚ, ਓਟੋ ਕਰਕੇ ਗਿਆ ਰਸ ਲੈਣ, ਠੀਕ ਹੈ ਨਾ। ਬਸ ਇਦਾਂ ਕਰਕੇ ਯਾਦ ਰੱਖਣੇ ਹੁੰਦੇ ਆ, ਹੋਰ ਕੀ ਹੈ। ਚਲੋ ਅੱਗੇ ਆ ਜਾਓ। चल भाई आगे, फादर ऑफ इकोनॉमिक्स, फादर ऑफ इकोनॉमिक्स ਤਾਂ ਬਹੁਤ ਸਿੰਪਲ ਹੈ ਤੇ ਬਹੁਤ ਕਾਮਨ ਕੁਐਸਚਨ ਹੈ, ਕਿੰਨੀ ਵਾਰ ਆ ਚੁੱਕਿਆ ਹੈ। ਐਡਮ ਸਮਿਥ ਨੂੰ ਕਿਹਾ ਜਾਂਦਾ ਹੈ। ਕਿਹਨੂੰ ਕਿਹਾ ਜਾਂਦਾ ਹੈ? ਐਡਮ ਸਮਿਥ ਨੂੰ। ਡੀਐਨਏ ਫਿੰਗਰਪ੍ਰਿੰਟਿੰਗ ਦੇ ਜਨਕ, ਡੀਐਨਏ ਫਿੰਗਰਪ੍ਰਿੰਟਿੰਗ ਦੇ ਪਿਤਾ ਕਿਹਨੂੰ ਕਿਹਾ ਜਾਂਦਾ ਹੈ? ਮਤਲਬ ਡੀਐਨਏ ਟੈਸਟ ਹੋ ਜਾਂਦਾ ਹੈ ਨਾ ਇੱਕ ਤਰ੍ਹਾਂ ਨਾਲ, ਇਹ ਵੀ ਡੀਐਨਏ ਸਾਰਿਆਂ ਦੇ ਅਲੱਗ-ਅਲੱਗ ਹੁੰਦੇ ਆ, ਜਿਵੇਂ ਫਿੰਗਰਪ੍ਰਿੰਟ ਸਾਰਿਆਂ ਦੇ ਅਲੱਗ ਹੈ, ਡੀਐਨਏ ਵੀ ਤਾਂ ਸਾਰਿਆਂ ਦਾ ਅਲੱਗ ਹੈ ਨਾ। ਡੀਐਨਏ ਤੋਂ ਪਤਾ ਲੱਗ ਜਾਂਦਾ ਹੈ, ਜਿਵੇਂ ਕਿਸੇ ਵਿਅਕਤੀ ਦੇ ਫਿੰਗਰਪ੍ਰਿੰਟ ਤੋਂ ਪਤਾ ਲੱਗ ਜਾਂਦਾ ਹੈ ਕਿਹਦਾ ਹੈ, ਸੇਮ ਡੀਐਨਏ ਅਲੱਗ ਹੁੰਦਾ ਸਾਰਿਆਂ ਦਾ। ਤਾਂ ਡੀਐਨਏ ਨੂੰ ਵੀ ਆਪਾਂ ਫਿੰਗਰਪ੍ਰਿੰਟਿੰਗ ਦੀ ਤਰ੍ਹਾਂ ਵਰਤ ਸਕਦੇ ਹਾਂ। ਅਲੈਕਸ ਜ਼ੈਫਰੀ, ਕਿਹਨੇ ਕਿਹਾ? ਅਲੈਕਸ ਜ਼ੈਫਰੀ। ਚਲੋ ਨੈਕਸਟ ਆਓ, ਜਿਓਮੈਟਰੀ ਦੇ ਪਿਤਾ, ਜਿਓਮੈਟਰੀ ਮੈਥ ਚ ਪੜ੍ਹੀ ਹੋਣੀ ਤੁਸੀਂ, ਹੈ ਨਾ ਜਿਓਮੈਟਰੀ। ਜਿਓਮੈਟਰੀ ਦੇ ਪਿਤਾ ਯੂਕਲਿਡ ਨੂੰ ਕਿਹਾ ਜਾਂਦਾ ਹੈ ਬਈ, ਯੂਕਲਿਡ ਨੂੰ, ਯੂਕਲਿਡ ਜਿਓਮੈਟਰੀ ਦੇ ਪਿਤਾ ਯੂਕਲਿਡ ਨੂੰ ਕਿਹਾ ਜਾਂਦਾ ਹੈ। ਆਧੁਨਿਕ ਦਵਾਈਆਂ ਦੇ ਪਿਤਾ, ਫਾਦਰ ਆਫ ਮਾਡਰਨ ਮੈਡੀਸਨ, ਕਿਹਨੂੰ ਕਿਹਾ ਜਾਂਦਾ ਹੈ? ਹਿਪੋਕਰੇਟਸ ਨੂੰ ਕਿਹਾ ਜਾਂਦਾ ਹੈ। ਹਿਪੋਕਰੇਟ ਹੋਈ ਹੈ ਨਾ, ਹਾਂ ਹਿਪੋਕਰੇਟਸ ਨੂੰ ਕਿਹਾ ਜਾਂਦਾ, ਹਿਪੋਕਰੇਟਸ, ਠੀਕ ਹੈ। ਉਹ ਡਾਕਟਰ ਜੀ ਦੀ ਸ਼ਪਥ ਸੁਪਤ ਲੈਂਦੇ ਆ, ਉਹੀ ਹੈ ਨਾ ਹਿਪੋਕਰੇਟਸ। ਹਾਂ ਚਲੋ ਅੱਗੇ ਆ ਜਾਓ ਫਿਰ। ਇਲੈਕਟ੍ਰੋਨਿਕਸ ਦੇ ਪਿਤਾ, ਇਲੈਕਟ੍ਰੋਨਿਕਸ ਦੇ ਪਿਤਾ ਕਿਹਨੂੰ ਕਿਹਾ ਜਾਂਦਾ ਹੈ? ਮਾਈਕਲ ਫੈਰਾਡੇ ਨੂੰ ਕਿਹਾ ਜਾਂਦਾ ਹੈ, ਮਾਈਕਲ ਫੈਰਾਡੇ। ਇਲੈਕਟ੍ਰੋਨਿਕਸ ਬਿਜਲੀ ਵਾਲੀ ਲਾਈਨ ਦੇ ਨਾਲ ਸੰਬੰਧਿਤ ਹੋ ਗਿਆ ਨਾ, ਬਸ ਇਹਨੂੰ ਇਦਾਂ ਯਾਦ ਰੱਖ ਸਕਦੇ ਹੋ ਤੁਸੀਂ। ਦੇਖੋ ਇਲੈਕਟ੍ਰੋਨਿਕਸ ਯਾਨੀ ਇਲੈਕਟ੍ਰੀਸਿਟੀ, ਇਲੈਕਟ੍ਰੀਸਿਟੀ ਮਾਈਕਲ ਦੇ ਫੇਰਿਆਂ ਦੇ ਟਾਈਮ, ਮਾਈਕਲ ਦੇ ਫੇਰੇ, ਵਿਆਹ ਹੋ ਰਿਹਾ ਸੀਗਾ, ਫੇਰੇ ਚੱਲ ਰਹੇ ਆ, ਫੇਰਿਆਂ ਦੇ ਟਾਈਮ ਇਲੈਕਟ੍ਰੀਸਿਟੀ ਭੱਜ ਗਈ ਭਾਈ, ਠੀਕ ਹੈ। ਮਾਈਕਲ ਦੇ ਫੇਰਿਆਂ ਦੇ ਟਾਈਮ ਇਲੈਕਟ੍ਰੀਸਿਟੀ ਭੱਜ ਗਈ, ਓਕੇ। ਨੈਕਸਟ ਹੈ ਜੀ ਫਾਦਰ ਆਫ ਮਾਡਰਨ ਕੈਮਿਸਟਰੀ, ਫਾਦਰ ਆਫ ਮਾਡਰਨ ਆਧੁਨਿਕ ਰਸਾਇਣਿਕ ਵਿਗਿਆਨ ਦੇ ਪਿਤਾ ਐਂਟੋਨੀ ਲਵਾਈਜ਼ਰ, ਐਂਟੋਨੀ ਲਵਾਈਜ਼ਰ ਨੂੰ ਕਿਹਾ ਜਾਂਦਾ ਹੈ, ਠੀਕ ਹੈ। ਚਲੋ ਇਹ ਤਾਂ ਸਿੰਪਲ ਹੈ। ਫਾਦਰ ਆਫ ਨਿਊਕਲੀਅਰ ਸਾਇੰਸ, ਇੰਡੀਅਨ ਨਿਊਕਲੀਅਰ ਸਾਇੰਸ ਆਪਾਂ ਪਹਿਲਾਂ ਪੜ੍ਹ ਕੇ ਆ ਚੁੱਕੇ ਹਾਂ ਸਾਇੰਸ ਐਂਡ ਟੈਕ ਦੀ ਕਲਾਸਾਂ ਦੇ ਵਿੱਚ। ਹੋਮੀ ਜਹਾਂਗੀਰ ਭਾਭਾ, ਹੋਮੀ ਜਹਾਂਗੀਰ ਭਾਭਾ, ਠੀਕ ਹੈ। ਫਾਦਰ ਆਫ ਇੰਡੀਅਨ ਇਕੋਲੋਜੀ, ਭਾਰਤੀ ਵਾਤਾਵਰਣ ਵਿਗਿਆਨ ਦੇ ਪਿਤਾ ਕਿਹਨੂੰ ਕਿਹਾ ਜਾਂਦਾ? ਰਾਮਦੇਵ ਮਿਸਰਾ ਨੂੰ ਕਿਹਾ ਜਾਂਦਾ ਹੈ ਬਈ, ਰਾਮਦੇਵ ਮਿਸਰਾ ਨੂੰ। ਨੈਕਸਟ ਹੈ ਜੀ ਭਾਰਤੀ ਪਲਾਈਓਬੋਟਨੀ, ਪਲਾਈਓਬੋਟਨੀ ਦੇ ਪਿਤਾ ਕਿਹਨੂੰ ਕਿਹਾ ਜਾਂਦਾ ਹੈ? ਬਿਰਬਲ ਸਾਹਨੀ ਨੂੰ ਕਿਹਾ ਜਾਂਦਾ ਹੈ, ਬਿਰਬਲ ਸਾਹਨੀ ਨੂੰ ਕਿਹਾ ਜਾਂਦਾ ਹੈ, ਯਾਦ ਰੱਖਣਾ ਹੈ, ਓਕੇ। ਜ਼ਿਆਦਾ ਨਹੀਂ ਹੈਗੇ, ਬਸ ਥੋੜੀ ਹੈ, ਟੈਨਸ਼ਨ ਨਾ ਲਓ, ਹੌਲੀ ਹੌਲੀ ਹੋ ਜਾਣਗੇ ਸਾਰੇ, ਇੱਕਦਮ ਥੋੜੀ ਰੱਟਾ ਮਾਰਨਾ ਹੈ, ਠੀਕ ਹੈ। 5-5 ਕਰਕੇ ਕਰਿਓ, ਠੀਕ ਹੈ। ਕਿੰਨੇ ਹੋਣੇ? ਜਾਂ ਤੋਂ ਇਹਦਾ 50 ਹੋਣੇ, 5-5 ਕਰਕੇ ਕਰੋਗੇ ਡੇਲੀ, 5 10 ਦਿਨਾਂ ਚ ਹੋ ਜਾਣਗੇ, ਕਿਆ ਚੱਕਰ ਹੈ, ਠੀਕ ਹੈ। ਕਦੇ ਇੱਕੋ ਦਿਨ ਜੱਫਾ ਪਾ ਲਓ ਸਾਰਿਆਂ ਨੂੰ, ਬੌਂਦਲ ਜਾਓਗੇ। ਨੈਕਸਟ ਆ ਜਾਓ, ਫਾਦਰ ਆਫ ਸਾਈਟੋਲੋਜੀ, ਸਾਈਟੋਲੋਜੀ, ਸਾਈਟੋ ਵਰਡ ਪਤਾ ਕੀ ਹੁੰਦਾ ਹੈ? ਸੈੱਲ ਨੂੰ ਬੋਲਦੇ ਆਪਾਂ, ਸੈੱਲ, ਕੋਸ਼ਿਕਾ। ਜਿੰਨੇ ਵੀ ਜੀਵਿਤ ਚੀਜ਼ਾਂ ਹੈਗੀਆਂ, ਲਿਵਿੰਗ ਥਿੰਗਸ ਹੈਗੀਆਂ, ਚਾਹੇ ਇਨਸਾਨ, ਜਾਨਵਰ, ਪੇੜ ਪੌਦੇ, ਇਹ ਸਾਰੇ ਸੈੱਲਾਂ ਤੋਂ ਬਣੇ ਆ। ਇਹ ਸਾਰੇ ਕਿਹਦੇ ਤੋਂ ਬਣੇ ਆ? ਸੈੱਲਾਂ ਤੋਂ ਬਣੇ ਆ, ਕੋਸ਼ਿਕਾਵਾਂ ਤੋਂ। ਸਭ ਤੋਂ ਛੋਟੀ ਇਕਾਈ ਜੀਵਨ ਦੀ ਕੋਸ਼ਿਕਾ ਹੀ ਹੁੰਦੀ ਹੈ, ਠੀਕ ਹੈ। ਪੜਾਂਗੇ ਅੱਗੇ, ਪੂਰਾ ਦਾ ਪੂਰਾ ਟੌਪਿਕ ਹੈ ਸੈੱਲਾਂ ਦੇ ਉੱਤੇ। ਈਵਨ ਬਾਇਓਲੋਜੀ ਦੇ ਵਿੱਚ ਜਦੋਂ ਪੜ੍ਹਦੇ ਆਪਾਂ, ਹਨਾ, ਸੈੱਲ ਵਾਲਾ ਹੀ ਟੌਪਿਕ ਪੜ੍ਹਦੇ ਹਾਂ ਸਭ ਤੋਂ ਪਹਿਲਾਂ, ਠੀਕ ਹੈ, ਮੈਂ ਕਰਾਉਂਗਾ ਤੁਹਾਨੂੰ। ਤਾਂ ਸੈੱਲ ਨੂੰ ਬੋਲਦੇ ਆ ਸਾਈਟੋ, ਤੇ ਸਾਈਟੋ ਦੀ ਸਟੱਡੀ ਹੁੰਦੀ ਹੈ ਸਾਈਟੋਲੋਜੀ, ਸਮਝਿਓ ਨਾ। ਤੇ ਸੈੱਲਾਂ ਦੀ ਖੋਜ ਕਿਹਨੇ ਕਰੀ ਸੀਗੀ? ਰੋਬਰਟ ਹੁੱਕ ਨੇ ਕਰੀ ਸੀ। ਇਸੇ ਕਰਕੇ ਸਾਈਟੋਲੋਜੀ ਦੇ ਪਿਤਾ ਹੋ ਗਏ ਰੋਬਰਟ ਹੁੱਕ। ਕੌਣ ਹੋ ਗਏ? ਰੋਬਰਟ ਹੁੱਕ ਹੋ ਗਏ ਬਈ, ਸਾਈਟੋਲੋਜੀ ਦੇ ਪਿਤਾ ਰੋਬਰਟ ਹੁੱਕ। ਫਾਦਰ ਆਫ ਟੈਕਸੋਨੋਮੀ ਐਂਡ ਨੋਮਨਕਲੇਚਰ, ਵਰਗੀਕਰਨ ਤੇ ਨਾਮਕਰਨ ਦੇ ਪਿਤਾ, ਇਹ ਹੈਗੇ ਆ ਜੀ ਕਾਰੋਲਸ ਜਾਂ ਕਾਰਲ ਵੋਨ, ਯਾਦ ਰੱਖ ਲਿਓ ਬਸ, ਕਾਰਲ ਵੋਨ, ਠੀਕ ਹੈ, ਓਕੇ। ਚਲੋ ਨੈਕਸਟ ਆਓ,
ਬਾਇਓਕੈਮਿਸਟਰੀ ਦੇ ਪਿਤਾ, ਬਾਇਓਕੈਮਿਸਟਰੀ ਦੇ ਪਿਤਾ ਹੋ ਗਏ ਕਾਰਲ ਨਿਊਬਰਗ। ਠੀਕ ਹੈ, ਓਕੇ। ਚਲੋ ਨੈਕਸਟ ਆਓ, ਫਾਦਰ ਆਫ ਬੈਕਟੀਰੀਓਲੋਜੀ ਦੇ ਪਿਤਾ, ਬੈਕਟੀਰੀਆ ਹੁੰਦਾ ਨਾ, ਵਾਇਰਸ ਹੁੰਦਾ ਹੈ, ਬੈਕਟੀਰੀਆ ਹੁੰਦਾ ਹੈ, ਸੂਖਸ਼ਮ ਜੀਵੀ, ਤਾਂ ਬੈਕਟੀਰੀਓਲੋਜੀ ਉਹਨਾਂ ਦੀ ਸਟੱਡੀ ਹੋਗੀ, ਤਾਂ ਬੈਕਟੀਰੀਓਲੋਜੀ ਦੇ ਪਿਤਾ ਹੋ ਗਏ ਰੋਬਰਟ ਕੋਚ। ਠੀਕ ਹੈ, ਚਲੋ ਅੱਗੇ ਆ ਜਾਓ ਬਈ, ਫਾਦਰ ਆਫ ਮਾਈਕਰੋਬਾਇਓਲੋਜੀ ਲੂਇਸ ਪਾਸਚਰ ਹੋ ਗਏ ਬਈ। ਲੂਇਸ ਪਾਸਚਰ ਇਹ ਬੰਦੇ ਹੈਗਾ, ਲੂਇਸ ਪਾਸਚਰ। ਈਵਨ ਉਹ ਜਿਹੜਾ ਰੈਬੀਜ਼ ਰੋਗ ਹੋ ਜਾਂਦਾ ਹੈ ਨਾ, ਰੈਬੀਜ਼ ਰੋਗ ਕੁੱਤੇ ਦੇ ਕੱਟਣ ਨਾਲ, ਉਹਦੀ ਜਿਹੜੀ ਵੈਕਸੀਨ ਹੈ, ਟੀਕਾ ਹੈ ਜੋ ਵੀ ਹੈ ਉਹਦਾ, ਉਹ ਵੀ ਲੂਇਸ ਪਾਸਚਰ ਨੇ ਬਣਾਇਆ ਸੀਗਾ। ਤੇ ਦੁੱਧ ਨੂੰ ਪੋਸਚਰਾਈਜੇਸ਼ਨ ਕਰਨ ਦੀ ਟੈਕਨੀਕ ਉਹ ਵੀ ਲੂਇਸ ਪਾਸਚਰ ਨੇ ਬਣਾਈ ਹੈ। ਠੀਕ ਹੈ, ਦੁੱਧ ਨੂੰ ਪੋਸਚਰਾਈਜੇਸ਼ਨ ਕਰਨਾ, ਇਹ ਜਿਹੜਾ ਆਪਾਂ ਪੈਕਟ ਦੁੱਧ ਆਉਂਦਾ ਹੈ ਨਾ, ਬੋਟਲ ਦੇ ਵਿੱਚ ਦੁੱਧ ਆਉਂਦਾ ਹੈ ਜਾਂ ਥੈਲੀਆਂ 'ਚ ਦੁੱਧ ਆਉਂਦਾ ਹੈ, ਇਹ ਪੋਸਚਰਾਈਜ਼ਡ ਮਿਲਕ ਹੁੰਦਾ ਹੈ। ਇਹਨੂੰ ਪੋਸਚਰਾਈਜ਼ ਕਰਨ ਦਾ ਤਰੀਕਾ ਇਹਨਾਂ ਨੇ ਹੀ ਦੱਸਿਆ ਸੀਗਾ, ਲੂਇਸ ਪਾਸਚਰ ਨੇ। ਠੀਕ ਹੈ, ਤਾਂ ਮਾਈਕਰੋਬਾਇਓਲੋਜੀ ਦੇ ਪਿਤਾ ਇਹਨਾਂ ਨੂੰ ਕਿਹਾ ਜਾਂਦਾ ਹੈ। ਫਾਦਰ ਆਫ ECG ਕੀ ਹੁੰਦਾ ਹੈ? ECG ਦੀ ਫੁੱਲ ਫਾਰਮ ਬਹੁਤ ਇੰਪੋਰਟੈਂਟ ਹੈ, ਬਹੁਤ ਕਾਮਨ ਹੈ ਬਈ, ਪੁੱਛੀ ਜਾਂਦੀ ਹੈ। ECG ਦੀ ਫੁੱਲ ਫਾਰਮ ਤੁਹਾਨੂੰ ਬਹੁਤ ਵਾਰ ਪੇਪਰਾਂ 'ਚ ਪੁੱਛੀ ਜਾਂਦੀ ਹੈ, ਇਲੈਕਟ੍ਰੋਕਾਰਡੀਓਗ੍ਰਾਫ। ਠੀਕ ਹੈ, ਇਹ ਹੁੰਦੀ ਹੈ ਉਹ ਮਸ਼ੀਨ ਜਿਹਦੇ ਚੋਂ ਆਪਾਂ ਹਾਰਟ ਦੀ ਜਿਹੜੀ ਉਹ ਹੁੰਦੀ ਹੈ ਨਾ, ਹਾਰਟ ਬੀਟ ਹੈ, ਉਹ ਰਿਕਾਰਡ ਕਰਦੇ ਆ। ਠੀਕ ਹੈ, ਦੇਖਦੇ ਆ। ਕਾਰਡੀਓ ਦੇਖੋ, ਕਾਰਡੀਓ ਮਸਲ ਹੀ ਆਪਣੇ ਹਾਰਟ ਦੀ ਹੁੰਦੀ ਹੈ। ਆਪਣਾ ਜਿਹੜਾ ਹਾਰਟ ਹੈ ਨਾ, ਦਿਲ, ਉਹ ਕਿਹੜੀ ਮਾਸਪੇਸ਼ੀਆਂ ਨਾਲ ਬਣਿਆ ਹੋਇਆ? ਕਾਰਡੀਓ ਮਾਸਪੇਸ਼ੀਆਂ ਨਾਲ ਬਣਿਆ ਹੋਇਆ। ਉਹ ਮੂਵੀਜ਼ ਵਗੈਰਾ 'ਚ ਤੁਸੀਂ ਦੇਖਦੇ ਨਹੀਂ, ਐਦਾਂ ਕਰਕੇ ਉਹ ਧੜਕਣ ਜੀ ਚੱਲਦੀ ਹੈ, ਉਹ ECG ਹੀ ਤਾਂ ਹੁੰਦੀ ਹੈ, ECG ਮਸ਼ੀਨ ਹੀ ਤਾਂ ਹੁੰਦੀ ਹੈ ਉਹ। ਠੀਕ ਹੈ, ਤਾਂ ਉਹਦੇ ਪਿਤਾ ਕੌਣ ਹੈ? ਉਹਦੇ ਜਨਕ ਵਿਲੇਮ ਇੰਥੋਵੈਨ, ਹਨਾ, ਇਹੀ ਪ੍ਰੋਨਾਂਸੀਏਸ਼ਨ ਹੈ ਨਾ ਵਰਡ ਦੀ, ਵਿਲੇਮ ਇੰਥੋਵੈਨ। ਚਲੋ ਅੱਗੇ ਆ ਜਾਓ ਫਿਰ, ECG ਦੀ ਫੁੱਲ ਫਾਰਮ ਜ਼ਰੂਰ ਯਾਦ ਰੱਖਣੀ ਹੈ। ਫਾਦਰ ਆਫ ਪੈਲੀਓਂਟੋਲੋਜੀ, ਪੁਰਾਤੱਤਵ ਵਿਗਿਆਨ ਦੇ ਪਿਤਾ ਬਈ, ਇਹ ਪੇਂਟਰ ਹੈਗੇ ਸੀਗੇ ਲਿਓਨਾਰਡੋ ਦਾ ਵਿੰਚੀ। ਤੁਸੀਂ ਸੁਣਿਆ ਵੀ ਹੋਣਾ ਸਾਰਿਆਂ ਨੇ, ਬਹੁਤ ਫੇਮਸ ਪੇਂਟਰ ਹੈ ਦੁਨੀਆ ਦੇ। ਠੀਕ ਹੈ, ਇਹ ਪੁਰਾਤੱਤਵ ਵਿਗਿਆਨ ਦੇ ਪਿਤਾ ਇਹਨਾਂ ਨੂੰ ਕਿਹਾ ਜਾਂਦਾ ਹੈ। ਬਟ ਮੋਡਰਨ ਜੇ ਤੁਹਾਨੂੰ ਪੁੱਛਣ, ਮੋਡਰਨ ਆਧੁਨਿਕ ਪੁਰਾਤੱਤਵ ਵਿਗਿਆਨ ਦੇ ਪਿਤਾ, ਤਾਂ ਇਹ ਹੈਗੇ ਆ ਜੀ ਜੋਰਜ ਕੁਵੀਅਰ, ਇਹ ਹੈਗੇ ਆ। ਓਕੇ, ਐਂਟੀਬਾਇਓਟਿਕਸ ਦੇ ਪਿਤਾ, ਐਂਟੀਬਾਇਓਟਿਕਸ ਆਪਾਂ ਦਵਾਈਆਂ ਲੈਂਦੇ ਆ ਨਾ, ਐਂਟੀਬਾਇਓਟਿਕ ਦਵਾਈਆਂ ਲੈਂਦੇ ਆ, ਮੈਡੀਸਨ ਲੈਂਦੇ ਆ ਐਂਟੀਬਾਇਓਟਿਕ, ਤਾਂ ਉਹਦੇ ਪਿਤਾ ਹੈਗੇ ਆ S.A. ਵਾਕਸਮੈਨ। ਓਕੇ, ਚਲੋ ਅੱਗੇ ਆ ਜਾਓ ਜੀ। ਫਾਦਰ ਆਫ ਬਲੱਡ ਗਰੁੱਪਸ, ਅਲੱਗ-ਅਲੱਗ ਤਰ੍ਹਾਂ ਦੇ ਬਲੱਡ ਗਰੁੱਪ ਹੁੰਦੇ, ਕਿਸੇ ਦਾ O, A, AB, O ਨੈਗੇਟਿਵ, O ਪੋਜ਼ਿਟਿਵ ਹੈਗੇ ਆ ਨਾ, ਤਾਂ ਬਲੱਡ ਗਰੁੱਪਸ ਦੇ ਪਿਤਾ ਕਿਹਾ ਜਾਂਦਾ ਜੀ ਕਾਰਲ ਲੈਂਡ ਸਟੀਨਰ ਨੂੰ। ਇਹ ਹੈਗੇ ਆ ਕਾਰਲ ਲੈਂਡ ਸਟੀਨਰ। ਠੀਕ ਹੈ, ਫਿਰ ਹੈਗੇ ਆ ਜੀ ਫਾਦਰ ਆਫ ਬਲੱਡ ਸਰਕੂਲੇਸ਼ਨ। ਆਪਣੀ ਬੋਡੀ ਦੇ ਵਿੱਚ ਬਲੱਡ ਸਰਕੂਲੇਟ ਹੁੰਦਾ ਹੈ, ਪੂਰਾ ਇੱਕ ਰੂਟ ਹੈ ਉਹਦਾ, ਇਹ ਨਹੀਂ ਕਿ ਜਿੱਧਰ ਉਧਰ ਚੱਲਿਆਂ ਵਾਂਗੂ ਫਿਰੀ ਜਾ ਰਿਹਾ ਹੈ ਨਾ, ਪ੍ਰੋਪਰ ਇੱਕ ਰੂਟ ਹੈ ਉਹਦਾ, ਪੂਰੀ ਸਰਕੂਲੇਸ਼ਨ ਹੈ, ਪਹਿਲਾਂ ਕਿੱਥੇ ਜਾਏਗਾ ਫਿਰ ਕਿੱਥੇ ਜਾਏਗਾ, ਹਨਾ, ਉਹ ਸਾਰਾ ਕੁਝ ਹੈ। ਬਲੱਡ ਸਰਕੂਲੇਸ਼ਨ ਬਾਰੇ ਕਿਹਨੇ ਦੱਸਿਆ? ਵਿਲੀਅਮ ਹਾਰਵੇ ਨੇ ਦੱਸਿਆ। ਕਿਹਨੇ ਦੱਸਿਆ? ਵਿਲੀਅਮ ਹਾਰਵੇ ਨੇ ਦੱਸਿਆ ਬਈ। ਤਾਂ ਫਾਦਰ ਆਫ ਬਲੱਡ ਸਰਕੂਲੇਸ਼ਨ ਵਿਲੀਅਮ ਹਾਰਵੇ ਹੋ ਗਿਆ, ਫਾਦਰ ਆਫ ਬਲੱਡ ਗਰੁੱਪ ਕਾਰਲ ਲੈਂਡ ਸਟੀਨਰ ਹੋ ਗਿਆ ਬਈ। ਨੈਕਸਟ ਹੈ ਜੀ ਰੇਡੀਏਸ਼ਨ ਬਾਇਓਲੋਜੀ ਦੇ ਪਿਤਾ, ਰੇਡੀਏਸ਼ਨ ਜੀਵ ਵਿਗਿਆਨ ਦੇ ਪਿਤਾ ਕਿਹਨੂੰ ਕਿਹਾ ਜਾਂਦਾ ਹੈ? ਹਰਮਨ ਜੋਸਫ ਮੁਲਰ ਨੂੰ ਕਿਹਾ ਜਾਂਦਾ ਹੈ, ਹਰਮਨ ਜੋਸਫ ਮੁਲਰ ਨੂੰ ਕਿਹਾ ਜਾਂਦਾ ਹੈ। ਓਕੇ, ਫਾਦਰ ਆਫ ਜੀਨ ਥੈਰੇਪੀ ਕਿਹਨੂੰ ਕਿਹਾ ਜਾਂਦਾ ਹੈ? ਵਿਲੀਅਮ ਐਂਡਰਸਨ ਨੂੰ ਕਿਹਾ ਜਾਂਦਾ ਹੈ। ਕਿਹਨੂੰ ਕਿਹਾ ਜਾਂਦਾ ਹੈ? ਵਿਲੀਅਮ ਐਂਡਰਸਨ ਨੂੰ ਕਿਹਾ ਜਾਂਦਾ ਹੈ। ਓਕੇ, ਨੈਕਸਟ ਹੈ ਜੀ ਯੂਜੇਨਿਕਸ ਦੇ ਪਿਤਾ। ਏਦਾਂ ਹੀ ਯਾਦ ਰੱਖ ਲਿਓ, ਮੈਂ ਕੁਐਸਚਨ ਤਾਂ ਦੇਖਿਆ ਨਹੀਂ, ਪਰ ਆ ਸਕਦਾ ਹੈ ਪੇਪਰ 'ਚ ਕੀ ਹੈ, ਕੁਐਸਚਨ ਤੱਕ ਆ ਵੀ ਸਕਦਾ ਹੈ। ਯੂਜੇਨਿਕਸ ਦੇ ਪਿਤਾ ਫਰੈਂਕਿਸ ਗਾਲਟਨ ਨੂੰ ਕਿਹਾ ਜਾਂਦਾ ਹੈ ਬਈ, ਬਸ ਇਹਨੂੰ ਏਦਾਂ ਹੀ ਯਾਦ ਰੱਖਣਾ। ਜੈਨੇਟਿਕ ਇੰਜੀਨੀਅਰਿੰਗ ਦੇ ਪਿਤਾ ਪਾਲ ਬਰਗ ਨੂੰ ਕਿਹਾ ਜਾਂਦਾ ਹੈ। ਜੈਨੇਟਿਕ ਇੰਜੀਨੀਅਰਿੰਗ, ਜੀਨਸ ਦੇ ਨਾਲ ਛੇੜਛਾੜ ਕਰਕੇ ਉਹਦੇ ਮੋਡੀਫਾਈ ਕਰ ਦਿੰਦੇ ਆ, ਹਨਾ। ਜੈਨੇਟਿਕ ਇੰਜੀਨੀਅਰਿੰਗ ਦੇ ਪਿਤਾ ਪਾਲ ਬਰਗ ਨੂੰ ਕਿਹਾ ਜਾਂਦਾ ਹੈ। ਫਾਦਰ ਆਫ ਇੰਟਰਨੈਟ, ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਕੰਪਿਊਟਰ ਆਪਣਾ ਸਬਜੈਕਟ ਹੈਗਾ ਹੀ ਹੈ, ਤਾਂ ਕੰਪਿਊਟਰ ਦੇ ਵਿੱਚ ਤਾਂ ਆਪਾਂ ਪੜ੍ਹਦੇ ਹੀ ਹਾਂ। ਕੰਪਿਊਟਰ ਦੇ ਪਿਤਾ ਚਾਰਲਸ ਬੈਬੇਜ ਹੋ ਗਏ, ਠੀਕ ਹੈ ਨਾ। ਉਦਾਂ ਹੀ ਇੰਟਰਨੈਟ ਦੇ ਪਿਤਾ ਵਿੰਟ ਸਰਫ। ਕੌਣ ਹੈ? ਵਿੰਟ ਸਰਫ ਨੂੰ ਨਾ ਆਪਾਂ ਦੇਖੋ ਮਿੰਟ ਪੜ੍ਹ ਸਕਦੇ ਹਾਂ, ਹਨਾ, ਮਿੰਟ ਸਰਚ। ਤਾਂ ਇੰਟਰਨੈਟ ਦੇ ਉੱਤੇ ਆਪਾਂ ਚੀਜ਼ਾਂ ਨੂੰ ਮਿੰਟਾਂ 'ਚ ਸਰਚ ਕਰ ਲੈਂਦੇ ਆ, ਸਕਿੰਟਾਂ 'ਚ, ਹਨਾ, ਸਕਿੰਟਾਂ 'ਚ ਸਰਚ ਕਰ ਲੈਂਦੇ ਆ, ਏਦਾਂ ਯਾਦ ਰੱਖ ਸਕਦੇ ਹੋ। ਫਾਦਰ ਆਫ ਕੰਪਿਊਟਰ ਚਾਰਲਸ ਬੈਬੇਜ ਹੈਗੇ ਹੀ ਹੈ। ਭਾਰਤੀ ਸੰਵਿਧਾਨ ਦੇ ਪਿਤਾ, ਸੰਵਿਧਾਨ ਦਾ ਤਾਂ ਤੁਹਾਨੂੰ ਰੱਟਿਆ ਪਿਆ, ਹਨਾ। ਤਾਂ ਇਹ ਕੁਝ ਹੈਗੇ ਸੀਗੇ ਬਈ ਫਾਦਰ ਆਫ ਜਿਹੜੇ ਪੁੱਛੇ ਗਏ ਆ
ਅਲੱਗ-ਅਲੱਗ ਖੇਤਰਾਂ ਦੇ ਪਿਤਾ, ਜਨਕ, ਫਾਦਰ, ਜੋ ਮਰਜ਼ੀ ਤੁਸੀਂ ਕਹਿ ਸਕਦੇ ਹੋ। ਇਸ ਤੋਂ ਇਲਾਵਾ ਵੀ ਹੈਗੇ ਆ, ਬਟ ਮੈਂ ਸੋਚਿਆ ਵੀ ਜੇ ਤੁਹਾਨੂੰ ਇਹ ਵੀ ਯਾਦ ਹੋ ਜਾਣ ਨਾ, ਕੁਐਸਚਨ ਆਪਣਾ ਕਵਰ ਹੋ ਜਾਂਦਾ ਹੈ 99%। ਠੀਕ ਹੈ, ਇੱਕ ਅੱਧੇ ਜਿਹੜੇ ਬਚੇ ਹੋਏ ਆ, ਠੀਕ ਹੈ, ਜਿਹੜੇ ਤੁਹਾਨੂੰ ਲੱਗਦਾ ਹੈ ਵੀ ਬਹੁਤ ਇੰਪੋਰਟੈਂਟ ਸੀ ਤੇ ਛੁੱਟ ਗਿਆ ਹਨਾ, ਕਮੈਂਟ ਕਰਕੇ ਦੱਸਿਓ ਫਿਰ ਭਾਈ। ਠੀਕ ਹੈ, ਤੇ ਨਾਲੇ ਜਦੋਂ ਆਪਾਂ ਪ੍ਰੈਕਟਿਸ ਕਰਾਂਗੇ ਸਾਇੰਸ ਦੇ MCQs ਦੀ ਮਿਕਸ ਕੁਐਸਚਨ ਮੈਂ ਤੁਹਾਨੂੰ ਕਰਾਵਾਂਗਾ, ਉਹਦੇ ਵਿੱਚ ਮੈਂ ਕਵਰ ਕਰ ਦੂੰਗਾ ਉਹ। ਠੀਕ ਹੈ, ਓਕੇ। ਤੇ ਬਾਕੀ ਬਈ ਮੇਰੇ ਨਾਲ ਇੱਥੇ ਕਨੈਕਟ ਹੋ ਸਕਦੇ ਹੋ। ਤੇ ਇਹ ਆਪਣੀ ਐਪ ਹੈਗੀ ਹੈ, ਪ੍ਰਤਾਪ ਅਕੈਡਮੀ ਦੀ ਐਪ ਹੈ, ਜਰੂਰ ਡਾਊਨਲੋਡ ਕਰੋ ਪੀਡੀਐਫਾਂ ਵਾਸਤੇ, ਜਾਂ ਫਿਰ ਹੋਰ ਸਟੱਡੀ ਮਟੀਰੀਅਲ ਜਾਂ ਹੋਰ ਬੈਚ ਜਿਹੜੇ ਆਪਣੇ ਚੱਲਦੇ ਆ ਉਹਨਾਂ ਵਾਸਤੇ ਤੁਸੀਂ ਇਹ ਐਪ ਡਾਊਨਲੋਡ ਕਰ ਸਕਦੇ ਹੋ। ਜੇ ਆਈਫੋਨ ਯੂਜ਼ ਕਰਦੇ ਹੋ ਤਾਂ ਮਾਈ ਇੰਸਟੀਚਿਊਟ ਐਪ ਹੈ। ਠੀਕ ਹੈ, ਓਕੇ। ਇਹ ਦੋ ਨੰਬਰ ਹੈਗੇ ਆ ਬਈ ਅਕੈਡਮੀ ਦੇ, ਫਸਟ ਪ੍ਰੈਫਰੈਂਸ ਇਸ ਨੂੰ ਦੇਣੀ ਹੈ, ਇਸ ਨੰਬਰ ਤੇ ਕਾਲ ਕਰਿਆ ਕਰੋ, ਨਹੀਂ ਤਾਂ ਫਿਰ ਇਹ ਤਾਂ ਹੈਗਾ ਹੀ ਹੈ, ਇਹਦੇ ਤੇ ਕਾਲ ਕਰ ਲਿਆ ਕਰੋ। ਇਹ ਟੈਲੀਗ੍ਰਾਮ ਚੈਨਲ ਹੈ ਜੀ ਪ੍ਰਤਾਪ ਅਕੈਡਮੀ ਦਾ, ਕਲਾਸਾਂ ਦੇ ਲਿੰਕ ਇੱਥੇ ਹੁੰਦੇ ਆ। ਪ੍ਰਤਾਪ ਅਕੈਡਮੀ ਨੂੰ ਟੈਲੀਗ੍ਰਾਮ ਤੇ ਇੰਸਟਾਗ੍ਰਾਮ ਤੇ ਜਰੂਰ ਫੋਲੋ ਕਰ ਲਓ, ਓਕੇ। ਇਹ ਆਪਣੇ ਬੈਚ ਹੈ ਜੀ ਸਾਰੇ ਦੇ ਸਾਰੇ। ਠੀਕ ਹੈ, ਸਭ ਤੋਂ ਆਪਣਾ ਫੇਵਰੇਟ ਬੈਚ ਹੈਗਾ ਜੀ ਮੈਥ ਮੈਜਿਕ ਬੈਚ, ਕਿਉਂਕਿ ਇਹ ਤੁਹਾਨੂੰ ਪੇਪਰ 'ਚ ਡਾਇਰੈਕਟ ਸਿਲੈਕਸ਼ਨ ਦਿਲਾਉਂਦਾ ਹੈ, ਕਿਉਂਕਿ ਮੈਥ ਤੇ ਰੀਜਨਿੰਗ ਅਜਿਹੇ ਸਬਜੈਕਟ ਹੁੰਦੇ ਆ ਬਈ ਜਿਹਦੇ 'ਚ ਤੁਸੀਂ ਪੂਰੇ ਬਟਾ ਪੂਰੇ ਨੰਬਰ ਲੈ ਸਕਦੇ ਹੋ। ਠੀਕ ਹੈ, ਜੇ 20 ਕੁਐਸਚਨ ਮੈਥ ਦੇ ਆ ਤਾਂ ਤੁਸੀਂ 20 ਚੋਂ 20 ਲੈ ਸਕਦੇ ਹੋ। ਜੀਕੇ ਦਾ ਤਾਂ ਚਲੋ ਇਹ ਹੁੰਦਾ ਇੱਕ ਅੱਧਾ ਕਿਤੇ ਨਾ ਕਿਤੇ ਬਾਹਰੋਂ ਆ ਹੀ ਜਾਂਦਾ ਹੈ। ਠੀਕ ਹੈ, ਜੀਕੇ ਦਾ ਲਿਮਿਟ ਹੀ ਕੋਈ ਨਹੀਂ ਹੈਗੀ ਜੀਕੇ ਦੀ, ਬਟ ਮੈਥ ਰੀਜਨਿੰਗ ਲਿਮਿਟਡ ਸਬਜੈਕਟ ਹੈ, ਤੁਹਾਨੂੰ ਪੂਰੇ 'ਚੋਂ ਪੂਰੇ ਨੰਬਰ ਦਿਲਾ ਸਕਦੇ ਆ। ਤਾਂ ਇਹ ਬੈਚ ਸਭ ਤੋਂ ਖਾਸ ਹੈ ਆਪਣਾ, ਤੇ ਇਹਦੇ 'ਚ ਤੁਹਾਨੂੰ ਕੋਈ ਬੁੱਕ ਕੁਝ ਲੈਣ ਦੀ ਲੋੜ ਨਹੀਂ। ਸਿਰਫ ਇਹ ਬੈਚ, ਜੇ ਤੁਸੀਂ ਜੁੜੇ ਹੋਏ ਇਸ ਬੈਚ ਦੇ ਨਾਲ, ਜੋ ਕੁਐਸਚਨ ਇਸ ਬੈਚ 'ਚ ਕਰਾਏ ਜਾਣਗੇ ਸਿਰਫ ਉਹੀ ਕਰਨੇ ਆ ਤੇ ਪੇਪਰ 'ਚ ਉਹੀ ਆਉਂਦੇ ਆ। ਨਹੀਂ ਯਕੀਨ ਤਾਂ ਜਿਹੜੇ ਬੱਚੇ ਤੁਹਾਡੇ ਯਾਰ ਦੋਸਤ ਹੈਗੇ ਆ ਉਹਨਾਂ ਤੋਂ ਪੁੱਛ ਕੇ ਦੇਖ ਸਕਦੇ ਹੋ, ਬੈਚ ਦੀ PDF ਤੇ ਪਿਛਲੇ ਪੇਪਰਾਂ ਨੂੰ ਮੈਚ ਕਰਕੇ ਦੇਖ ਸਕਦੇ ਹੋ, ਡਿਟੋ ਕੁਐਸਚਨ ਤੁਹਾਨੂੰ ਆਏ ਹੋਏ ਮਿਲਦੇ ਆ। ਓਕੇ, ਇਸ ਬੈਚ ਨੂੰ ਜੇ ਤੁਸੀਂ ਜੁੜਨਾ ਹੈ ਤਾਂ ਇਹ ਮੇਰਾ ਕੂਪਨ ਇੱਕ ਨੋਟ ਕਰ ਲਓ ਬਈ, ASR30। ਠੀਕ ਹੈ, ਇਸ ਬੈਚ ਦੀ ਫੀਸ 30% ਲੈਸ ਹੋ ਜਾਏਗੀ। ਠੀਕ ਹੈ, ਓਕੇ। ਬਾਕੀ ਮੌਕ ਟੈਸਟ ਹੈਗੇ ਆ, ਹਿਸਟਰੀ ਦਾ ਬੈਚ ਹੈ, ਪੋਲਿਟੀ ਦਾ ਬੈਚ ਹੈ, ਸਾਇੰਸ ਐਂਡ ਟੈਕ ਤੇ ਸਾਇੰਸ ਦਾ ਵੀ ਆਪਾਂ ਅਲੱਗ ਇੱਕ ਬੈਚ ਸੋਚ ਰਹੇ ਹਾਂ, ਫਿਲਹਾਲ ਤਾਂ ਨਹੀਂ ਹੈ। ਓਕੇ, ਠੀਕ ਹੈ, ਚਲੋ। ਬਾਕੀ ਬਈ ਮੇਰੇ ਨਾਲ ਇੱਥੇ ਕਨੈਕਟ ਹੋ ਸਕਦੇ ਹੋ। ਇਹ ਮੇਰਾ ਇੰਸਟਾਗ੍ਰਾਮ ਅਕਾਊਂਟ ਹੈ, ਜਰੂਰ ਫੋਲੋ ਕਰ ਲਓ। ਇਹ ਟੈਲੀਗ੍ਰਾਮ ਚੈਨਲ ਹੈ। ਬਾਕੀ ਵੀਡੀਓ ਨੂੰ ਆਪਣੇ ਯਾਰ ਦੋਸਤਾਂ ਦੇ ਨਾਲ ਸ਼ੇਅਰ ਜਰੂਰ ਕਰਨਾ ਹੈ, ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ, ਕਮੈਂਟ ਲਾਈਕ ਪਤਾ ਹੀ ਹੈ ਤੁਹਾਨੂੰ, ਹਨਾ। ਓਕੇ, ਚਲੋ ਫਿਰ ਮਿਲਾਂਗੇ ਤੁਹਾਨੂੰ ਨੈਕਸਟ ਕਲਾਸ ਦੇ ਵਿੱਚ। ਆਈ ਹੋਪ ਤੁਹਾਨੂੰ ਵਧੀਆ ਲੱਗ ਰਹੀ ਹੋਣੀਆਂ ਕਲਾਸਾਂ, ਹਨਾ। ਓਕੇ, ਬਾਏ।